ਨਮੋ ਬੁੱਧਾ, ਜੈ ਭੀਮ, ਜੈ ਭਾਰਤ। यूके यूरोप ਅਤੇ ਹੋਰ ਸਾਰੇ ਹੀ ਦੇਸ਼ਾਂ ਵਿੱਚ ਜਿੱਥੇ ਵੀ ਆਪ ਸਕਾਈ ਚੈਨਲ ਦੇ ਜਰੀਏ ਲੋਟਸ ਟੀਵੀ ਵੇਖ ਰਹੇ ਹੋ, ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਲੋਟਸ ਟੀਵੀ ਹਮੇਸ਼ਾ ਦੀ ਤਰ੍ਹਾਂ ਆਪ ਨਾਲ ਵਾਅਦਾ ਕਰਦਾ ਹੈ ਕਿ ਤਥਾਗਤ ਬੁੱਧ ਤੇ ਉਹਨਾਂ ਦੇ ਧੰਮ ਕੋਟੀ ਪ੍ਰਣਾਮ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਉਹਨਾਂ ਦਾ ਕਾਰਵਾ, ਉਹਨਾਂ ਦੇ ਕਾਰਵੇ ਦੀ ਗੱਲ, ਬਾਬਾ ਸਾਹਿਬ ਦੀ ਗੱਲ, ਬਾਬਾ ਸਾਹਿਬ ਦੇ ਸਮਾਜ ਦੀ ਗੱਲ ਕਰਨਾ ਜੋ ਲੋਟਸ ਟੀਵੀ ਆਪ ਨਾਲ ਹਮੇਸ਼ਾ ਹੀ ਸਾਂਝਾ ਪਾਉਂਦਾ ਹੈ। ਤੋ ਸਾਰੀ ਹੀ ਦੁਨੀਆ ਵਿੱਚ ਜਿੱਥੇ ਵੀ ਆਪ ਲੋਟਸ ਟੀਵੀ ਦੇਖ ਰਹੇ ਹੋ, ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹੋਏ ਆਪ ਨਾਲ ਸਾਂਝਾ ਪਾਉਂਦੇ ਹਾਂ ਕਿ ਅੱਜ ਦਾ ਐਤਵਾਰ ਹੈ, ਦਸੰਬਰ ਦਾ, ਬਾਬਾ ਸਾਹਿਬ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਉਹਨਾਂ ਦਾ 6 ਦਸੰਬਰ ਨੂੰ ਪਰਿਨਿਰਵਾਣ ਦਿਵਸ, 66ਵਾਂ ਪਰਿਨਿਰਵਾਣ ਦਿਵਸ, ਜੋ ਸਾਰੇ ਸੰਸਾਰ ਭਰ ਵਿੱਚ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਹਨ। ਅਤੇ ਬਾਬਾ ਸਾਹਿਬ ਦਾ ਪਰਿਨਿਰਵਾਣ ਦਿਵਸ ਜੋ ਕਿ 66ਵਾਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ UK ਵੱਲੋਂ ਅੱਜ ਸਥਾਪਿਤ ਕੀਤਾ ਗਿਆ ਸੀ ਅਤੇ ਉਸ ਨੂੰ ਬੜੀ ਹੀ ਸ਼ਰਧਾ ਦੇ ਨਾਲ, ਬੜੇ ਹੀ ਆਪਣੇ ਹੁਲਾਸ ਦੇ ਨਾਲ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਇਸ ਨੂੰ ਮਨਾਇਆ ਗਿਆ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਨਮਨ ਕਰਦੇ ਹੋਏ ਉਹਨਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਜਿਸ ਦੇ ਵਿੱਚ ਭੋਜਨ ਦੀ ਸੇਵਾ ਸਾਡੇ ਬਹੁਤ ਹੀ ਆਦਰਣੀय ਭੈਣ ਜੀ ਮਿਸਿਸ ਗੁਰਦੇਵ ਰੱਤੂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲਈ ਗਈ ਅਤੇ ਉਹਨਾਂ ਨੇ ਇਸ ਅੱਛੇ ਮੌਕੇ 'ਤੇ ਪਰਿਵਾਰ ਵੱਲੋਂ ਸੇਵਾ ਦਿੱਤੀ ਗਈ। ਬੁੱਧ ਧੰਮ ਸੰਘ ਦੀ ਅਨੁਕੰਪਾ ਨਾਲ ਭੈਣ ਜੀ ਦੇਬੋ ਰੱਤੂ ਜੀ ਅਤੇ ਉਹਨਾਂ ਦੇ ਪੂਰੇ ਹੀ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਤਥਾਗਤ ਬੁੱਧ ਦੀ ਅਨੁਕੰਪਾ ਨਾਲ ਉਹਨਾਂ ਦੇ ਖੁਸ਼ੀ ਅਤੇ ਨਿਰੋਗੀ ਰਹਿਣ ਦੀ ਕਾਮਨਾ ਕਰਦੇ ਹਾਂ ਅਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵੱਲੋਂ ਅਤੇ ਲੋਟਸ ਟੀਵੀ ਦੀ ਸਾਰੀ ਹੀ ਟੀਮ ਵੱਲੋਂ ਇਸ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਾਰੇ ਹੀ ਸੰਸਾਰ ਭਰ ਦੇ ਬਾਬਾ ਸਾਹਿਬ ਨੂੰ ਮੰਨਣ ਵਾਲੇ, ਬਾਬਾ ਸਾਹਿਬ ਨੂੰ ਜਾਣਨ ਵਾਲੇ ਸੰਸਾਰ ਭਰ ਦੇ ਸਾਰੇ ਹੀ ਮਾਨਵਤਾ ਦੇ ਸਾਥੀਆਂ ਨੂੰ ਅੱਜ ਬਾਬਾ ਸਾਹਿਬ ਦਾ ਜੋ ਪਰਿਨਿਰਵਾਣ ਦਿਵਸ ਮਨਾਇਆ ਜਾ ਰਿਹਾ ਹੈ, ਉਸ 'ਤੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਹਨ ਅਤੇ ਸਾਰਿਆਂ ਨੂੰ ਨਮਨ ਕਰਦੇ ਹੋਏ, ਬਾਬਾ ਸਾਹਿਬ ਨੂੰ ਕੋਟੀ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀਆਂ ਅਰਪਿਤ ਕਰਦੇ ਹਾਂ। ਅਤੇ ਅੱਜ ਦਾ ਪ੍ਰੋਗਰਾਮ ਜੋ ਹੈ, ਮੇਰੇ ਨਾਲ ਹਿੱਸਾ ਲੈਣਗੇ ਬਹੁਤ ਹੀ ਬਾਬਾ ਸਾਹਿਬ ਨੂੰ ਸਮਝਣ ਵਾਲੇ, ਬਾਬਾ ਸਾਹਿਬ ਨੂੰ ਜਾਣਨ ਵਾਲੇ ਸਾਡੇ ਬਹੁਤ ਹੀ ਆਦਰਣੀय ਸਾਥੀ ਹਨ। ਜਿਸ ਤਰ੍ਹਾਂ ਗੱਲ ਕਰਾਂਗੇ, ਲੇਖਰਾਜ ਜੱਖੂ ਜੀ ਅੱਜ ਸਟੂਡੀਓ ਵਿੱਚ ਮੇਰੇ ਨਾਲ ਹਨ। ਲੇਖਰਾਜ ਜੱਖੂ ਜੀ, ਤੁਹਾਡਾ ਅੱਜ ਇਸ ਖਾਸ ਮੌਕੇ 'ਤੇ ਲੋਟਸ ਟੀਵੀ ਦੇ ਸਟੂਡੀਓ ਵਿੱਚ ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ ਜੀ। ਲੋਟਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਸੋ ਅੱਜ ਦਾ ਪ੍ਰੋਗਰਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ 6 ਦਸੰਬਰ 1956 ਨੂੰ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਸੀਗੇ, ਉਸ ਸੰਬੰਧ ਵਿੱਚ ਅਸੀਂ ਜਿਹੜੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਸੋ ਮੈਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 66ਵੇਂ ਪਰਿਨਿਰਵਾਣ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਹਨਾਂ ਨੂੰ ਕੋਟਨ ਨਮਨ ਕਰਦਾ। ਸੋ ਆਪ ਸਭ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ 'ਤੇ ਜੀ ਆਇਆਂ ਆਖਦੇ ਔਰ ਧੰਨਵਾਦ ਕਰਦੇ ਹਾਂ, ਜਿਹੜੇ ਲੋਟਸ ਟੀਵੀ ਦੇ ਜ਼ਰੀਏ ਸਮੇਂ 'ਤੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਜਿਹੜਾ ਸੁਣਦੇ ਦੇਖਦੇ ਆ। ਔਰ ਨਾਲ ਦੀ ਨਾਲ ਮੈਂ ਡਾਕਟਰ BR ਅੰਬੇਡਕਰ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ, ਜਿਹੜੇ ਇਹੋ ਜਿਹੇ ਪ੍ਰੋਗਰਾਮ ਲੈ ਕੇ ਆ ਕੇ ਸਾਡੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਔਰ ਸਾਨੂੰ ਵੀ ਮੌਕਾ ਦਿੰਦੇ ਆ ਉਹਨਾਂ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਣ ਦਾ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਜਿੱਥੇ ਡਾਕਟਰ ਅੰਬੇਡਕਰ ਕਮੇਟੀ ਵੱਲੋਂ ਮਨਾਇਆ ਗਿਆ ਅਤੇ ਅੱਜ ਸ਼ਾਮ ਦਾ ਜਿਹੜਾ ਲੋਟਸ ਟੀਵੀ 'ਤੇ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਜਿਹੜੇ ਭੇਟ ਕੀਤੇ ਜਾ ਰਹੇ। ਸੋ ਮੈਂ ਇੱਕ ਵਾਰੀ ਆਪ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਫਿਰ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ ਆਖਦਾ ਹੋਇਆ ਰਜ਼ਾ ਲੈਣਾ। ਧੰਨਵਾਦ। ਜੈ ਭੀਮ, ਜੈ ਭਾਰਤ। ਬਹੁਤ ਅੱਛਾ। ਜਿਸ ਤਰ੍ਹਾਂ ਆਪ ਸਭ ਭਲੀ ਭਾਂਤੀ ਜਾਣਦੇ ਹੋ, ਜਿਸ ਤਰ੍ਹਾਂ ਇਸ ਧਰਤੀ 'ਤੇ ਮਹਾਮਾਨਵ ਪੈਦਾ ਹੁੰਦੇ ਹਨ, ਮਹਾਮਾਨਵ ਪੈਦਾ ਨਹੀਂ ਕੀਤੇ ਜਾਂਦੇ, ਮਹਾਮਾਨਵ ਪੈਦਾ ਹੁੰਦੇ ਹਨ। ਤੋ ਜਿਨ੍ਹਾਂ ਵਿੱਚ ਸਾਡੇ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਐਸੇ ਮਾਨਵ ਪੈਦਾ ਹੋਏ ਹਨ ਜਿਨ੍ਹਾਂ ਦਾ ਦਿਲ ਸਮੁੰਦਰ ਵਰਗਾ ਵੱਡਾ ਸੀ। ਬਚਪਨ ਤੋਂ, ਜਨਮ ਤੋਂ ਲੈ ਕੇ ਆਖਰੀ ਸਮੇਂ ਤੱਕ ਉਹਨਾਂ ਦੀ ਜ਼ਿੰਦਗੀ ਦੀ ਘਾਲਣਾ ਅਗਰ ਦੇਖੀ ਜਾਵੇ, ਉਹਨਾਂ ਦੀ ਜ਼ਿੰਦਗੀ ਨੂੰ ਪੜ੍ਹਿਆ ਜਾਵੇ, ਉਸ ਦੇ ਬਾਰੇ ਜਾਣਿਆ ਜਾਵੇ, ਤਾਂ ਬਾਬਾ ਸਾਹਿਬ ਦੀ ਜ਼ਿੰਦਗੀ ਦਾ ਇੱਕ ਪਲ ਬੜਾ ਦੁੱਖਾਂ ਭਰਿਆ, ਬੜਾ ਕਠਿਨ, ਬੜੀ ਕੜੀ ਤਪੱਸਿਆ
ਵਾਲਾ ਜ਼ਿੰਦਗੀ ਸੀ ਉਹਨਾਂ ਦੀ, ਤੇ ਸਾਰੀ ਜ਼ਿੰਦਗੀ ਦਾ ਜੋ ਉਹਨਾਂ ਦਾ ਤਜਰਬਾ ਵਿਸ਼ਵ ਭਰ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵਿਅਕਤੀ ਗਿਣੇ ਗਏ ਹਨ। ਸਾਰੇ ਸੰਸਾਰ ਵਿੱਚ ਕੋਈ ਅਜਿਹਾ ਦੇਸ਼ ਨਹੀਂ, ਵਿਦੇਸ਼ ਨਹੀਂ ਜਿੱਥੇ ਉਹਨਾਂ ਨੇ ਕੋਈ ਆਪਣੀ ਡਿਗਰੀ ਨਾ ਪ੍ਰਾਪਤ ਕੀਤੀ ਹੋਵੇ, ਔਰ ਹਰ ਤਰ੍ਹਾਂ ਦੀ ਪੜ੍ਹਾਈ ਕੀਤੀ। ਪੜ੍ਹਾਈ ਬਚਪਨ ਤੋਂ ਲੱਗ ਕੇ ਇੰਨੀਆਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਮੁਸ਼ਕਲਾਂ ਨੂੰ ਸਾਹਮਣਾ ਕਰਦੇ ਕਰਦੇ ਇੰਨੇ ਇੱਕ ਤਿੱਖੇ ਤੇ ਹਥਿਆਰ ਵਰਗਾ ਆਪਣੇ ਆਪ ਨੂੰ ਉਹਨਾਂ ਨੇ ਬਣਾ ਲਿਆ। ਚੰਡ ਕੇ ਇਹਨਾਂ ਦੀਆਂ ਤੰਗੀਆਂ ਆਈਆਂ ਕਿ ਉਹਨਾਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਇੱਕ ਫੌਲਾਦ ਦੀ ਤਰ੍ਹਾਂ ਦੇ ਵਿਅਕਤੀ ਬਣੇ, ਤੇ ਇੰਨੀ ਪੜ੍ਹਾਈ ਲਿਖਾਈ ਕੀਤੀ ਕਿ ਉਸ ਪੜ੍ਹਾਈ ਲਿਖਾਈ ਦੇ ਬਾਵਜੂਦ ਅੱਜ ਵਿਸ਼ਵ ਭਰ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵਿਅਕਤੀਆਂ ਦੇ ਵਿੱਚ ਉਹਨਾਂ ਦੀ ਗਿਣਤੀ ਹੈ। ਤੇ ਭਾਗਾਂ ਵਾਲੇ ਹਾਂ ਕਿ ਡਾਕਟਰ ਅੰਬੇਡਕਰ ਜੋ ਹੈ ਉਹ ਇਸ ਤਰ੍ਹਾਂ ਦੇ ਮਾਨਵ ਹੋਏ ਕਿ ਉਹਨਾਂ ਨੇ ਆਪਣੇ ਦੁੱਖ ਆਪਣੇ ਸੁੱਖ ਨੂੰ ਨਹੀਂ ਜਾਣਿਆ, ਉਸ ਨੂੰ ਮਹਿਸੂਸ ਨਹੀਂ ਕੀਤਾ, ਆਪਣੇ ਪਰਿਵਾਰ ਦੇ ਦੁੱਖ ਨੂੰ ਮਹਿਸੂਸ ਨਹੀਂ ਕੀਤਾ, ਪਰੰਤੂ ਆਪਣੇ ਨਾਲ ਹੋਏ ਵਿਤਕਰਿਆਂ ਨੂੰ ਇੱਕ ਸਮਾਜ ਦੇ ਦੁੱਖ ਦਾ ਸਮਝ ਕੇ ਆਪਣੇ ਸਮਾਜ ਦਾ ਦੁੱਖ ਸਮਝਿਆ ਤੇ ਆਪਣੇ ਸਮਾਜ ਦੇ ਦੁੱਖ ਦਾ ਨਿਪਟਾਰਾ ਕਰਨ ਦੇ ਲਈ ਆਪਣੇ ਜੋ ਉਹਨਾਂ ਨੇ ਕਦਮ ਚੁੱਕ ਲਏ। ਤੇ ਸਾਰੀ ਜ਼ਿੰਦਗੀ ਜਦੋਂ ਤੋਂ ਹੋਸ਼ ਸੰਭਾਲਿਆ ਆਪਣੇ ਉਸ ਬਹੁਜਨ ਸਮਾਜ ਦਾ ਸੋਚਦੇ ਕਿ ਇਸ ਸਮਾਜ ਦਾ ਕੌਣ ਸੋਚੇਗਾ, ਅਗਰ ਮੈਂ ਇੰਨਾ ਪੜ੍ਹਿਆ ਲਿਖਿਆ ਹਾਂ, ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੈ ਤਾਂ ਮੇਰੇ ਸਮਾਜ ਦੇ ਨਾਲ ਕੀ ਹੋਏਗਾ। ਸਮਾਜ ਦਾ ਵਿਵਹਾਰ, ਸਮਾਜ ਦੇ ਨਾਲ ਦੀਆਂ ਵਿਤਕਰੇ, ਉਸ ਸਮਾਜ ਦੇ ਜਿਸ ਸਮੇਂ ਬਾਬਾ ਸਾਹਿਬ ਦਾ ਜਨਮ ਹੋਇਆ ਉਸ ਸਮੇਂ ਬਾਬਾ ਸਾਹਿਬ ਦੇ ਸਮਾਜ ਦੇ ਹਾਲਾਤ ਜੋ ਸਨ ਬਹੁਤ ਵੱਖਰੇ ਸਨ ਹੋਣ ਨਾਲੋਂ। ਬਾਬਾ ਸਾਹਿਬ ਨੇ ਇੱਦਾਂ ਦੀ ਘਾਲਣਾ ਕੀਤੀ, ਸਾਰੀ ਜ਼ਿੰਦਗੀ ਆਪਣੀ ਇਸ ਸਮਾਜ ਦੇ ਨਾਂ 'ਤੇ ਲਾ ਦਿੱਤੀ। ਤੋ ਅੱਜ ਬਾਬਾ ਸਾਹਿਬ ਦੀ ਜ਼ਿੰਦਗੀ ਨੂੰ ਪੜਚੋਲ ਉਹਨਾਂ ਨੂੰ ਦੇਖਦੇ ਹੋਏ, ਉਹਨਾਂ ਨੂੰ ਘਾਲਣਾ ਕਰਦੇ ਹੋਏ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੀਆਂ ਕੁਰਬਾਨੀਆਂ ਦੇ ਬਾਰੇ ਤੇ ਉਹਨਾਂ ਦੇ ਸਨੇਹਾਂ ਦੇ ਬਾਰੇ ਗੱਲਬਾਤ ਕਰਾਂਗੇ। ਉਸ ਤੋਂ ਪਹਿਲੇ ਅੱਜ ਅਸੀਂ ਆਪਣੇ ਟੈਕਨੀਸ਼ੀਅਨ ਸਾਹਿਬਾਨ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਡੇ ਬਹੁਤ ਹੀ ਆਦਰਨੀय ਸਾਥੀ ਦੀਵਾਨ ਮਹਿੰਦਰਾ ਜੀ ਦਾ ਗਾਇਆ ਹੋਇਆ ਇੱਕ ਗੀਤ ਜੋ ਕਿ ਬਾਬਾ ਸਾਹਿਬ ਨੂੰ ਉਹਨਾਂ ਦੇ ਇਸ ਪਰਿਨਿਰਵਾਣ ਦਿਵਸ 'ਤੇ ਡੈਡੀਕੇਟਡ ਹੈ, ਤੋ ਪਲੀਜ਼ ਇਹ ਗਾਣਾ ਜੋ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਜਾਵੇ। कई आएंगे जाएंगे, जन्मेंगे फना होंगे, बाबा साहिब कभी भी ना लोगों से जुदा होंगे। कई आएंगे जाएंगे, जन्मेंगे फना होंगे, बाबा साहिब कभी भी ना लोगों से जुदा होंगे। कई आएंगे जाएंगे, जन्मेंगे फना होंगे। जीवन में किसी ने भी नहीं इतना काम किया, ना ही अपमानों का है इतना जहर पिया। अब भीम के अफसाने घर घर में बयां होंगे। कई आएंगे जाएंगे, जन्मेंगे फना होंगे। तू ज्ञान का सागर है, दुनिया ने मान
रतन तेरा, कायल जमाना है। अब तो हर जर्रे पर एक भीम निशान होंगे। कई आएंगे जाएंगे, जन्मेंगे फना होंगे। बाबा साहिब कभी भी ना लोगों से जुदा होंगे। कई आएंगे जाएंगे। अब युवा पीढ़ी ने तेरा ज्ञान पहचाना है। भारत की नारी ने तुम्हें रहबर माना है। संसार की मुक्ति का एक भीम पता होंगे। कई आएंगे जाएंगे, जन्मेंगे फना होंगे। यूएनओ में अब तो चर्चा भी होने लगी। बाबा साहिब की महिमा तो आसमां छूने लगी। सहजल अब भीम जी पर सब लोग फिदा होंगे। कई आएंगे जाएंगे, जन्मेंगे फना होंगे। बाबा साहिब कभी भी ना लोगों से जुदा होंगे। कई आएंगे जाएंगे, जन्मेंगे फना होंगे। जिस तरह आपने ਦੀਵਾਨ ਮਹਿੰਦਰਾ ਜੀ ਦਾ ਗਾਇਆ ਹੋਇਆ ਗੀਤ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦੇ ਰੂਪ ਵਿੱਚ ਦਿੱਤਾ ਗਿਆ ਕਿ ਬਾਬਾ ਸਾਹਿਬ ਕਦੀ ਵੀ ਲੋਕਾਂ ਦੇ ਦਿਲਾਂ ਤੋਂ ਜੁਦਾ ਨਹੀਂ ਹੋ ਸਕਦੇ। ਉਹ ਸਰੀਰਕ ਤੌਰ ਤੇ ਸਾਡੇ ਤੋਂ ਵਿਛੜੇ ਹਨ, ਸਰੀਰਕ ਤੌਰ ਤੇ ਸਾਡੇ ਵਿੱਚੋਂ ਚਲੇ ਗਏ ਹਨ, ਪਰ ਸੰਸਾਰ ਭਰ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਬਾਬਾ ਸਾਹਿਬ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਹਨ। ਬਾਬਾ ਸਾਹਿਬ ਨੂੰ ਸਾਰੀ ਦੁਨੀਆ ਜਾਣ ਚੁੱਕੀ ਹੈ ਕਿ ਅਸਲ ਵਿੱਚ ਡਾਕਟਰ ਅੰਬੇਡਕਰ ਕੌਣ ਸਨ ਤੇ ਕੀ ਉਹਨਾਂ ਨੇ ਕੀਤਾ। ਤੇ ਜਖੂ ਸਾਹਿਬ, ਜਿਸ ਤਰ੍ਹਾਂ ਅਸੀਂ ਗੀਤ ਨੂੰ ਸੁਣਿਆ ਕਿ ਬਾਬਾ ਸਾਹਿਬ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਘਰ ਘਰ ਦੇ ਵਿੱਚ ਬਾਬਾ ਸਾਹਿਬ ਨੂੰ ਲੋਕ ਜਾਣ ਚੁੱਕੇ ਹਨ ਕਿ ਡਾਕਟਰ ਅੰਬੇਡਕਰ ਕੌਣ ਸਨ ਤੇ ਕਿੱਦਾਂ ਦੀ ਉਹਨਾਂ ਦੀ ਜ਼ਿੰਦਗੀ ਸੀ। ਤੇ ਉਹਨਾਂ ਦੇ ਲੋਕ ਆਪਾਂ ਜਿੱਥੇ ਵੀ ਸੁਣਦੇ ਹਾਂ ਗੀਤਾਂ ਦੇ ਰੂਪ ਦੇ ਵਿੱਚ, ਭਾਸ਼ਣਾਂ ਦੇ ਰੂਪ ਦੇ ਵਿੱਚ, YouTube ਤੇ ਮੀਡੀਆ ਤੇ ਬਹੁਤ ਜਗ੍ਹਾ ਗੱਲਬਾਤ ਹੁੰਦੀ ਹੈ ਜੀ। ਤੇ ਜਿਸ ਤਰ੍ਹਾਂ ਅੱਜ ਅਸੀਂ ਬਾਬਾ ਸਾਹਿਬ ਦੇ ਪਰਿਨਿਰਵਾਣ ਦਿਵਸ ਦੀ ਜੋ ਗੱਲ ਕਰ ਰਹੇ ਹਾਂ, ਉਹਨਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਾਂ, ਤੇ ਅਸਲ ਦੇ ਵਿੱਚ ਜੋ ਸਮਾਜ ਹੈ ਬਾਬਾ ਸਾਹਿਬ ਦਾ ਸਮਾਜ, ਜਿਸ ਸਮਾਜ ਦੇ ਲਈ ਬਾਬਾ ਸਾਹਿਬ ਨੇ ਜ਼ਿੰਦਗੀ ਕੁਰਬਾਨ ਕੀਤੀ ਹੈ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬਾਬਾ ਸਾਹਿਬ ਦੇ ਉਸ ਸਮਾਜ ਵਿੱਚ, ਜਿਸ ਤਰ੍ਹਾਂ ਹੁਣੇ ਮੈਂ ਕਿਹਾ ਕਿ ਬਾਬਾ ਸਾਹਿਬ ਦਾ ਨਾਂ ਘਰ ਘਰ 'ਚ, ਹਰ ਵਿਅਕਤੀ ਦੇ ਘਰ ਘਰ 'ਚ ਪਹੁੰਚ ਚੁੱਕਾ ਹੈ ਜੀ। ਬਾਬਾ ਸਾਹਿਬ ਦਾ ਨਾਮ ਤਾਂ ਹਰ ਵਿਅਕਤੀ ਤੱਕ ਪਹੁੰਚ ਚੁੱਕਾ ਹੈ, ਪਰੰਤੂ ਉਹਨਾਂ ਦੀ ਵਿਚਾਰਧਾਰਾ ਜੀ, ਉਹਨਾਂ ਦੀ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਉਸ ਦੇ ਬਾਰੇ ਤੁਸੀਂ ਅੱਜ ਕੀ ਸਮਝ ਪਾਓਗੇ?
ਜੀ ਧੰਨਵਾਦ ਪ੍ਰਧਾਨ ਜੀ, ਤੁਸੀਂ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਗੱਲ ਕੀਤੀ ਹੈ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿੱਥੇ ਆਪਾਂ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉੱਥੇ ਉਹਨਾਂ ਦੇ ਆਪਾਂ ਇੱਕ ਪੜਚੋਲ ਵੀ ਕਰਦੇ ਹਾਂ ਬੀਤੇ ਹੋਏ ਸਮੇਂ 'ਚ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਇੰਨਾ ਲੋਕ ਮੰਨਦੇ ਆ ਤੇ ਇੰਨੇ ਇਹਨਾਂ ਦੇ ਦੁਨੀਆ 'ਚ ਸਭ ਤੋਂ ਵੱਧ ਸਟੈਚੂ ਜਿਹੜੇ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਆ। ਔਰ ਹਰ ਜਿਹੜੀ ਮੈਂ ਤਾਂ ਸਮਝਦਾ ਕਿ ਹਰ ਫੀਲਡ ਦੇ ਵਿੱਚ, ਚਾਹੇ ਉਹ ਰਾਜਨੀਤਿਕ, ਚਾਹੇ ਧਾਰਮਿਕ, ਚਾਹੇ ਆਰਥਿਕ ਆ, ਚਾਹੇ ਪੋਲੀਟੀਕਲ ਆ, ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੋਂ ਬਿਨਾਂ ਕੋਈ ਵੀ ਜਿਹੜੀ ਗੱਲ ਅੱਗੇ ਨਹੀਂ ਵੱਧਦੀ। ਤੇ ਹਰ ਜਿਹੜਾ ਵਿਅਕਤੀ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਯਾਦ ਕਰਦਾ ਜਾਂ ਉਹਨਾਂ ਦਾ ਨਾਂ ਵਰਤਦਾ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜ਼ਿਆਦਾਤਰ ਜਿਹੜੇ ਆ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ ਇੱਕ ਵੋਟ ਬੈਂਕ ਤੱਕ ਸੀਮਿਤ ਕਰ ਦਿੱਤਾ। ਸੋ ਉਹ ਸਿਰਫ ਤੇ ਸਿਰਫ ਉਹਨੇ ਦੇਖਿਆ ਕਿ ਅੱਜ ਜਿਹੜਾ ਸਮਾਜ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਨਾਂ ਤੇ ਇਕੱਠਾ ਹੁੰਦਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਨਾਂ ਦੇ ਉੱਤੇ ਵੋਟ ਕਰਦਾ ਆ। ਸੋ ਉਹਨਾਂ ਨੇ ਇਹਨੂੰ ਵੋਟ ਦੇ ਤੌਰ ਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਅਸਲ ਵਿਚਾਰਧਾਰਾ ਆ ਉਹਦੇ ਤੇ ਕੰਮ ਨਹੀਂ ਕਰਦੇ ਜਾਂ ਉਹ ਵਿਚਾਰਧਾਰਾ ਨੂੰ ਲਾਗੂ ਨਹੀਂ ਕਰਦੇ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਵਿਚਾਰਧਾਰਾ ਆ ਇਹ ਇੱਕ ਵਿਗਿਆਨਿਕ ਸੋਚ ਦੀ ਵਿਚਾਰਧਾਰਾ, ਇੱਕ ਤਰਕ ਦੀ, ਇੱਕ ਜਿਹੜੀ ਦਲੀਲ ਦੀ ਵਿਚਾਰਧਾਰਾ, ਇੱਕ ਸਾਇੰਟੀਫਿਕ ਵਿਚਾਰਧਾਰਾ ਆ। ਇਹ ਵਹਿਮਾਂ ਭਰਮਾਂ ਚੋਂ ਕੱਢਦੀ ਆ, ਸਮਤਾ, ਸਮਾਨਤਾ ਤੇ ਬਰਾਬਰਤਾ ਦੀ ਗੱਲ ਕਰਦੀ ਆ। ਤੇ ਜਿਹੜੀਆਂ ਦੇਸ਼ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਪਾਰਟੀਆਂ ਹੈਗੀਆਂ ਉਹ ਨਹੀਂ ਚਾਹੁੰਦੀਆਂ ਕਿ ਇਹ ਸਮਾਜ ਬਰਾਬਰ ਆਵੇ। ਸੋ ਇਸ ਸਮਤਾ, ਸਮਾਨਤਾ ਤੇ ਬਰਾਬਰਤਾ ਦੀ ਲੜਾਈ ਦੇ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਣੀ ਸਾਰੀ ਜਿਹੜੀ ਉਮਰ ਲਾਈ ਹੈ। ਸੋ ਚਾਹੁੰਦੇ ਸੀਗੇ ਵੀ, ਕਿਉਂਕਿ ਜਦੋਂ ਆਪਾਂ ਬਾਬਾ ਸਾਹਿਬ ਦਾ ਜੀਵਨ ਸੰਘਰਸ਼ ਪੜ੍ਹਦੇ ਹਾਂ ਤਾਂ ਦੇਖਦੇ ਹਾਂ ਉਹਨਾਂ ਨੇ ਜ਼ਿਆਦਾਤਰ ਜਿਹੜਾ ਆਪਣਾ ਸਮਾਂ, ਆਪਣੀ ਜ਼ਿੰਦਗੀ ਦਾ ਸਮਾਂ ਜਿਹੜੀਆਂ ਫੋਰਨ ਦੀਆਂ ਕੰਟਰੀਆਂ, ਯੂਰਪ ਦੇ ਵਿੱਚ ਜਾਂ ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਹੀ ਗੁਜ਼ਾਰਿਆ। ਤੇ ਜ਼ਿਆਦਾਤਰ ਜਿਹੜੀ ਸਟੱਡੀ ਆ ਉਹ ਵੀ ਬਾਹਰਲੇ ਮੁਲਕਾਂ ਤੋਂ ਕੀਤੀ ਆ। ਇਸ ਬਾਹਰਲੇ ਮੁਲਕਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਹ ਮਹਿਸੂਸ ਕਰਦੇ ਸੀ ਕਿ ਜਿਸ ਦੇਸ਼ ਦੇ ਵਿੱਚੋਂ ਮੈਂ ਆਇਆ ਜਾਂ ਜਿਸ ਦੇਸ਼ ਭਾਰਤ ਵਿੱਚ ਮੈਂ ਰਹਿੰਦਾ ਉੱਥੇ ਤਾਂ ਮੇਰੇ ਤੋਂ ਭਿੱਟਦੇ ਲੋਕ ਅਛੂਤ ਮੈਨੂੰ ਕਹਿੰਦੇ, ਮੇਰੇ ਨੇੜੇ ਨਹੀਂ ਕੋਈ ਆਉਂਦਾ, ਮੇਰੇ ਪਰਛਾਵੇਂ ਤੋਂ, ਜਾਂ ਸਾਡੇ ਸਮਾਜ ਨੂੰ ਇਹ ਹੱਕ ਅਧਿਕਾਰ ਹੀ ਨਹੀਂ। ਇਹਨਾਂ ਲੋਕਾਂ ਦੇ ਵਿੱਚ ਮੈਂ ਬੈਠ ਕੇ ਪੜ੍ਹਦਾ ਹਾਂ, ਬਰਾਬਰ ਖਾਂਦਾ ਪੀਂਦਾ, ਇੱਥੇ ਇਦਾਂ ਦੀ ਛੂਤ ਹੈ ਨਹੀਂ ਗੀ। ਸੋ ਉਹਨਾਂ ਨੇ ਇਦਾਂ ਦਾ ਸਿਸਟਮ ਦੇਖਿਆ ਕਿ ਜਿਹੜਾ ਬਾਹਰਲੇ ਮੁਲਕਾਂ ਸੀ ਇਹੀ ਜਿਹੜਾ ਸਿਸਟਮ ਭਾਰਤ ਵਿੱਚ ਲਾਗੂ ਕਰਨਾ ਚਾਹੁੰਦੇ ਸੀ, ਵੀ ਜਿਸ ਤਰ੍ਹਾਂ ਦਾ ਉਹ ਬਾਹਰੋਂ ਇੱਧਰੋਂ ਦੇਖ ਕੇ ਜਾਂਦੇ ਸੀ। ਸੋ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਵਿਚਾਰਧਾਰਾ ਉਹਨੂੰ ਲਾਗੂ ਕਰਨ ਦੇ ਲਈ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਕਤਾਹੀ ਹੋਈ ਆ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਂ ਜ਼ਰੂਰ ਲੈ ਰਿਹਾ। ਸੋ ਅੱਜ ਦੇ ਜੇ ਆਪਾਂ ਦਿਨ ਤੇ ਦੇਖੀਏ ਕਿ ਬਾਬਾ ਇੱਕੋ ਇੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਆ ਜਿਹਦਾ ਸਾਰੀ ਦੁਨੀਆ ਦੇ ਵਿੱਚ ਜਨਮ ਦਿਨ ਮਨਾਇਆ ਜਾਂਦਾ ਤੇ ਸਾਰੀ ਦੁਨੀਆ ਦੇ ਵਿੱਚ ਇਹਨਾਂ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਜਾਂਦਾ। ਔਰ ਲੰਬਾ ਸਮਾਂ ਇੱਕ 2 ਮਹੀਨੇ ਜਿਹੜੇ ਲੱਗ ਜਾਂਦੇ ਆ। ਦਸੰਬਰ ਦਾ ਮਹੀਨਾ ਸਾਰੇ, ਜਿੱਦਾਂ ਹੁਣ ਆਪਾਂ 6 ਦਸੰਬਰ ਦਾ ਪ੍ਰੋਗਰਾਮ, ਇਹਨਾਂ ਦੀ 6 ਦਸੰਬਰ ਨੂੰ ਇਹਨਾਂ ਦੀ ਜਿਹੜੀ ਆ ਬਰਸੀ ਹੁੰਦੀ ਆ, 66ਵਾਂ ਪ੍ਰੀ ਨਿਰਮਾਣ, ਤੇ ਆਪਾਂ ਫਸਟ ਜਿਹੜਾ ਸੰਡੇ ਆ ਅੱਜ 6 ਤੋਂ ਬਾਅਦ 11 ਨੂੰ ਆਇਆ ਤੇ ਆਉਣ ਵਾਲੇ ਸੰਡੇ 18, 25 ਸਾਰੇ 2-3 ਮਹੀਨੇ ਲੱਗ ਜਾਂਦੇ। ਇਸੇ ਤਰ੍ਹਾਂ ਅਪ੍ਰੈਲ ਦੇ ਜਿਹੜੇ ਜਨਮ ਦਿਨ ਆਪਾਂ ਜਦੋਂ ਮਨਾਉਂਦੇ ਆ ਤੇ ਉਹ ਵੀ ਸਿਰਫ ਅਪ੍ਰੈਲ ਦੇ ਵਿੱਚ ਹੀ ਨਹੀਂ ਸਮਾਪਤ ਹੁੰਦੇ ਔਰ ਲਗਾਤਾਰ ਜਿਹੜੇ ਚੱਲਦੇ ਰਹਿੰਦੇ। ਤੇ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰਲਰ ਬਹੁਤ ਸਾਰੇ ਹੋਰ ਵੀ ਜਿਹੜੇ ਨੇਤਾ ਹੋਏ ਆ। ਦੇਖੋ ਮਹਾਤਮਾ ਗਾਂਧੀ ਹੋਏ ਆ, ਪੰਡਿਤ ਜਵਾਹਰ ਲਾਲ ਨਹਿਰੂ ਹੋਏ ਆ, ਬਾਲ ਗੰਗਾਧਰ ਤਿਲਕ ਹੋਏ ਆ, ਫਿਰ ਆਪਣੇ ਪਟੇਲ ਹੋਏ ਆ। ਉਹਨਾਂ ਦੇ ਸਿਰਫ ਇੱਕ ਦਿਨ ਹੀ, ਇੱਥੋਂ ਤੱਕ ਕਿ ਇੱਕ ਦਿਨ ਹੀ ਸ਼ਰਧਾ ਦੇ ਫੁੱਲ ਭੇਟ ਕਰਕੇ ਇੱਕ ਦਿਨ ਹੀ ਜਨਮ ਦਿਨ ਦੀ ਵਧਾਈ ਦੇ ਕੇ ਠੱਪ ਹੋ ਜਾਂਦੇ ਆ। ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਹੀ ਆ ਜਿਨ੍ਹਾਂ ਦਾ ਲਗਾਤਾਰ ਜਿਹੜਾ ਲਗਾਤਾਰਤਾ ਦੇ ਵਿੱਚ ਜਿਹੜਾ ਜਨਮ ਦਿਨ ਮਨਾਇਆ ਜਾਂਦਾ ਔਰ ਲਗਾਤਾਰਤਾ ਦੇ ਵਿੱਚ ਇਹਨਾਂ ਨੂੰ ਯਾਦ ਕੀਤਾ ਜਾਂਦਾ। ਸੋ ਇੱਕ ਇਹ ਬਹੁਤ ਵੱਡੀ, ਮੈਂ ਤਾਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਵਿਸ਼ਵ ਰਤਨ ਦੇ ਨਾਂ ਨਾਲ ਜਾਣਿਆ ਜਾਂਦਾ ਔਰ ਵਿਸ਼ਵ ਦੇ ਵਿੱਚੋਂ ਜਿਹੜੇ ਇਹ 6ਵੇਂ ਨੰਬਰ ਦੇ ਉੱਤੇ ਇਹਨਾਂ ਨੂੰ ਕਹਿੰਦੇ ਆ ਵੀ ਇਹ ਪੜ੍ਹੇ ਲਿਖੇ ਵਿਅਕਤੀ ਸੀ। ਏਸ਼ੀਆ ਦੇ ਤਾਂ ਮੈਂ ਇਹਨਾਂ ਨੂੰ ਪਹਿਲੇ ਸਮਝਦਾ। ਸੋ ਜਦੋਂ ਇਹਨਾਂ ਦੇ ਫਿਰ ਪੜ੍ਹਿਆਂ ਲਿਖਿਆਂ ਦੀ ਲਿਸਟ ਦੀ ਝਾਤੀ ਮਾਰੀਦੀ ਸਾਨੂੰ ਇਹਨਾਂ ਦੇ ਪੈਰਲਰ ਕੋਈ ਨਜ਼ਰ ਨਹੀਂ ਆਉਂਦਾ ਵੀ ਇਹਨਾਂ ਤੋਂ ਪਹਿਲੇ ਕਿਹੜੇ ਆ। ਸੋ ਮੈਂ ਜਿੰਨੀ ਕੁ ਸਟੱਡੀ ਕੀਤੀ ਆ, ਮੈਂ ਸ਼ਾਇਦ ਲਾਸਟ ਪ੍ਰੋਗਰਾਮ 'ਚ ਇਸ ਤੋਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਉਸ ਸਮੇਂ 'ਚ ਉਸ ਪੈਰਲਰ ਦੇ ਵਿੱਚ ਸਾਨੂੰ ਇੱਕ ਕਾਰਲ ਮਾਰਕਸ ਮਿਲਦੇ ਆ, ਇੱਕ ਲੈਲਨ ਮਿਲਦਾ, ਇੱਕ ਪਲੇਟੋ, ਅਰਸਟੋਟਲ ਤੇ ਇੱਕ ਜਿਹੜਾ ਇਬਰਾਹਿਮ ਲਿੰਕਨ ਮਿਲਦਾ। ਤੇ ਇਹ 6ਵੇਂ ਵਿਅਕਤੀ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਆ। ਸੋ ਇਹ ਲੈਲਨ, ਕਾਰਲ ਮਾਰਕਸ, ਇਬਰਾਹਿਮ ਤੇ ਨੇ ਅਮਰੀਕਾ ਦੇ ਹੋਏ ਆ, ਪਲੇਟੋ ਤੇ ਅਰਸਟੋ ਜਿਹੜੇ ਯੂਨਾਨ ਤੋਂ ਹੋਏ ਆ। ਸੋ ਇਹ ਬਹੁਤ ਵੱਡੇ ਫਿਲਾਸਫਰ ਹੋਏ ਆ। ਇਹਨਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜ਼ਰੂਰ ਪੜ੍ਹਿਆ ਔਰ ਇਹਨਾਂ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਂ ਹੀ ਆਉਂਦਾ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਸੋ ਕਮੇਟੀ ਵੱਲੋਂ ਵੀ ਅੱਜ ਪ੍ਰੋਗਰਾਮ ਜਿਹੜਾ ਮਨਾਇਆ ਗਿਆ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਵਿਚਾਰਾਂ ਕੀਤੀਆਂ ਗਈਆਂ। ਸੋ ਉੱਥੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸੋ ਮੈਂ ਆਪਣੇ ਵੱਲੋਂ ਫਿਰ ਇੱਕ ਵਾਰੀ ਅੱਜ ਦੇ ਇਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਅਪੀਲ ਕਰਦਾ ਬਹੁਜਨ ਸਮਾਜ ਨੂੰ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਿਹੜਾ ਪੜ੍ਹਨਾ ਬਹੁਤ ਜ਼ਰੂਰੀ ਆ। ਬਿਲਕੁਲ। ਤੇ ਜਦ ਤੱਕ ਅਸੀਂ ਇਹਨੂੰ ਪੜ੍ਹਦੇ ਨੇਗੇ ਨਾ, ਕੋਈ ਬਿਨਾਂ ਕਿਸੇ ਨੂੰ ਪੜ੍ਹਿਆ, ਬਿਨਾਂ ਜਾਣਿਆ ਉਹਦੇ ਤੇ ਕੋਈ ਟਿੱਪਣੀ ਕਰਨੀ ਜਾਂ ਉਹਦੇ ਬਾਰੇ ਕੁਝ ਕਹਿਣਾ ਮੈਂ ਸਮਝਦਾ ਠੀਕ ਨਹੀਂਗਾ।
ਵੀ ਸਭ ਤੋਂ ਪਹਿਲਾਂ ਬਾਬਾ ਸਾਹਿਬ ਬਾਰੇ ਕੁਝ ਕਹਿਣ ਨੂੰ ਜਾਂ ਇਹਨਾਂ ਦਾ ਨਾਂ ਲੈਣ ਤੋਂ ਪਹਿਲਾਂ ਇਹਨਾਂ ਨੂੰ ਪੜ੍ਹਨਾ ਜ਼ਰੂਰੀ ਆ। ਉਸ ਦੇ ਬਾਰੇ ਤੇ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਖੁਦ ਵੀ ਲਿਖਦੇ ਆ ਕਿ ਮੈਂ ਤੁਹਾਨੂੰ ਕਿਤਾਬਾਂ 'ਚ ਮਿਲਾਂਗਾ ਨਾ ਕਿ ਮੂਰਤੀਆਂ ਵਿੱਚ, ਵੀ ਮੈਨੂੰ ਤੁਸੀਂ ਢੂੰਡਣਾ ਹੈ ਜਾਂ ਲੱਭਣਾ ਤੇ ਮੂਰਤੀਆਂ 'ਚ ਨਾ ਲੱਭੋ, ਮੇਰੀਆਂ ਕਿਤਾਬਾਂ ਦੇ ਵਿੱਚੋਂ ਮੈਨੂੰ ਲੱਭਿਓ, ਮੇਰੀਆਂ ਕਿਤਾਬਾਂ ਨੂੰ ਪੜ੍ਹਿਓ, ਉਹਦੇ ਵਿੱਚੋਂ ਤੁਹਾਨੂੰ ਮੈਂ ਮਿਲਾਂਗਾ। ਸੋ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਬਹੁਤ ਹੀ ਵਧੀਆ ਤੁਸੀਂ ਇਹ ਇੱਕ ਦੱਸਿਆ ਹੈ ਕਿ ਬਾਬਾ ਸਾਹਿਬ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਬਾਬਾ ਸਾਹਿਬ ਨੂੰ ਨਾ ਤਾਂ ਉਹਨਾਂ ਦਾ ਲਿਆ ਜਾਣ ਲੱਗ ਗਿਆ ਹੈ, ਇੱਥੋਂ ਤੱਕ ਕਿ ਤਸਵੀਰਾਂ ਲਗਾਉਣ ਦੀਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਸ ਤਰ੍ਹਾਂ ਆਪਣੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਚੀਫ ਮਿਨਿਸਟਰ ਸਾਹਿਬਾਨ ਬਣੇ ਤੇ ਬੜੀ ਚਰਚਾ ਹੋਈ ਕਿ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਪੋਸਟਰ ਜੋ ਹਰ ਦਫ਼ਤਰ 'ਚ ਲਗਾਇਆ ਜਾਵੇ। ਤਾਂ ਉਸ ਦਾ ਦਫ਼ਤਰਾਂ ਦੇ ਵਿੱਚ ਪਿਕਚਰ ਲਗਾਉਣ ਦੇ ਨਾਲ ਸਿਰਫ ਕੋਈ ਵੀ ਕੰਮ, ਕੋਈ ਵੀ ਕਦਮ ਇਦਾਂ ਦਾ ਨਹੀਂ ਚੁੱਕਿਆ ਗਿਆ ਬਾਬਾ ਸਾਹਿਬ ਦੇ ਸਮਾਜ ਦੇ ਲਈ ਕਿ ਜਿਸ ਨਾਲ ਵਾਕਿਆ ਹੀ ਪਤਾ ਲੱਗੇ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਕੰਮ ਕੀਤਾ ਜਾ ਰਿਹਾ। ਤੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਾਬਾ ਸਾਹਿਬ ਨੂੰ ਜਾਣਿਆ ਤਾਂ ਜਾਣ ਲੱਗ ਗਿਆ, ਤਸਵੀਰਾਂ ਤੱਕ ਹੀ ਉਸ ਨੂੰ ਸੀਮਿਤ ਕਰ ਦਿੱਤਾ ਗਿਆ, ਤਸਵੀਰਾਂ ਦੇ ਤੱਕ ਹੀ ਉਸ ਨੂੰ ਸਮਝ ਲਿਆ ਗਿਆ ਕਿ ਬਾਬਾ ਸਾਹਿਬ ਨੂੰ ਸਮਝ ਲਿਆ ਤੇ ਉਸ ਦੀ ਵਿਚਾਰਧਾਰਾ ਤੇ ਕੋਈ ਅਜੇ ਤੱਕ ਪ੍ਰੋਪਰ ਜਿਹੜਾ ਅਮਲ ਹੈ ਜਿਸ ਚੀਜ਼ ਦੀ ਲੋੜ ਹੈ ਜੀ। ਤੋ ਜਿਸ ਤਰ੍ਹਾਂ ਜਖੂ ਸਾਹਿਬ ਅਸੀਂ ਗੱਲ ਕਰਦੇ ਕਿ ਬਾਬਾ ਸਾਹਿਬ ਦਾ 66ਵਾਂ ਪਰਿਨਿਰਵਾਣ ਦਿਵਸ ਜੀ, ਜਿੰਨੇ ਉਹਨਾਂ ਦਾ ਜਨਮ ਤੋਂ ਲੱਗ ਕੇ ਅੰਤ ਦੇ ਸਮੇਂ ਤੱਕ ਉਹਨਾਂ ਦੀ ਜ਼ਿੰਦਗੀ ਦਾ ਅਗਰ ਅਸੀਂ ਕੋਈ ਵੀ ਪਾਸਾ ਫੜ ਲਈਏ ਤਾਂ ਉਹਨਾਂ ਨੇ ਇੱਕ ਐਸੀ ਵਿਚਾਰਧਾਰਾ ਦਿੱਤੀ, ਉਹਨਾਂ ਦੇ ਵਿਚਾਰਧਾਰਾ, ਉਹਨਾਂ ਦੀ ਜਿਹੜੀ ਫਿਲਾਸਫੀ ਆ, ਉਹਨਾਂ ਦੀ ਜ਼ਿੰਦਗੀ ਜਿਹੜੀ ਸਾਨੂੰ ਦੱਸਦੀ ਆ ਕਿ ਤਬਦੀਲੀ, ਵਿਚਾਰਧਾਰਾ ਦੀ ਤਬਦੀਲੀ ਕਿਸ ਤਰ੍ਹਾਂ ਦੀ। ਤੇ ਤੁਸੀਂ ਅੱਜ ਬੜੇ ਖਾਸ ਮੌਕੇ ਤੇ ਆਪਾਂ ਬਾਬਾ ਸਾਹਿਬ ਦੀ ਜ਼ਿੰਦਗੀ ਨੂੰ ਅਗਰ ਨਾ ਦਰਸ਼ਕਾਂ ਨਾਲ ਸਾਂਝਾ ਪਾਈਏ ਤੇ ਇਹ ਉਹਨਾਂ ਦੇ ਨਾਲ ਇਨਸਾਫ ਨਹੀਂ ਹੋਗਾ। ਬਾਬਾ ਸਾਹਿਬ ਦੀ ਜ਼ਿੰਦਗੀ ਸ਼ੁਰੂ ਤੋਂ ਥੋੜਾ ਬਿਲਕੁਲ ਛੋਟ ਦੇ ਵਿੱਚ ਆਪਾਂ ਦੱਸਣੀ ਆ ਕਿ ਉਹਨਾਂ ਦਾ ਜਨਮ ਤੇ ਕਿਸ ਤਰ੍ਹਾਂ ਦੀਆਂ ਕਿਹੜੇ ਸਟੈਪ ਜਿਹੜੇ ਕਿ ਉਹਨਾਂ ਨੇ ਸਮਾਜ ਦੇ ਲਈ ਇੱਕ ਇਸ ਤਰ੍ਹਾਂ ਦੀ ਉਦਾਹਰਣ ਰੱਖੇ ਹਨ ਕਿ ਜਿਨ੍ਹਾਂ ਨੂੰ ਸਾਨੂੰ ਬਾਰ-ਬਾਰ ਘੋਖਣਾ ਪਊਗਾ, ਇਤਿਹਾਸ ਨੂੰ ਢੋੜਨਾ ਪਊਗਾ। ਜੀ ਜੀ, ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਜੀਵਨ ਸੰਘਰਸ਼ ਆ ਉਹ ਤਾਂ ਸਾਰਾ ਹੀ ਬਹੁਤ ਹੀ ਜਿਹੜਾ ਮੁਸ਼ਕਲਾਂ ਭਰਿਆ ਵੀ ਕਹਿ ਸਕਦੇ ਹਾਂ, ਤੇ ਹਰ ਜਿਹੜਾ ਮਤਲਬ ਸਟੈਪ ਦੇ ਵਿੱਚ ਉਹਨਾਂ ਨੇ ਇੱਕ ਤਬਦੀਲੀ ਲਿਆਂਦੀ ਆ, ਸੋ ਪਰਿਵਰਤਨ ਲਿਆਂਦਾ ਆ। ਹਰ ਉਹਨਾਂ ਨੇ ਆਪਣੇ ਫੀਲਡ ਦੇ ਵਿੱਚ ਕੰਮ ਵੀ ਕੀਤਾ ਤੇ ਨਾਲ ਦੀ ਨਾਲ ਜਿੱਦਾਂ ਵੀ ਜਦੋਂ ਦੇਖੋ 14 ਅਪ੍ਰੈਲ 1891 ਨੂੰ ਜਦੋਂ ਉਹਨਾਂ ਦਾ ਜਨਮ ਹੁੰਦਾ ਔਰ ਬਚਪਨ ਦੇ ਵਿੱਚ ਉਹਨਾਂ ਦੇ ਮਾਤਾ ਜੀ ਦੀ ਡੈਥ ਹੋ ਜਾਂਦੀ ਆ। ਇੱਕ ਇਹ ਵੀ ਬਹੁਤ ਵੱਡਾ, ਤੇ ਇੱਕ ਮਾਂ ਤੋਂ ਬਿਨਾਂ ਇੱਕ ਬੱਚੇ ਦਾ ਜਿਹੜਾ ਪਲਣਾ ਕਿੰਨਾ ਔਖਾ। ਫਿਰ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮਿਲਟਰੀ ਦੇ ਵਿੱਚ ਸਰਵਿਸ ਕਰਦੇ ਸੀ, ਉਹ ਸਮੇਂ-ਸਮੇਂ ਤੇ ਹਰ 3-5 ਸਾਲ ਜਦੋਂ ਟ੍ਰਾਂਸਫਰ ਹੁੰਦੀ ਸੀ ਤੇ ਨਾਲ ਹੀ ਪਰਿਵਾਰ ਨੂੰ ਚੇਂਜ ਕਰਨਾ ਪੈਂਦਾ ਸੀ, ਉਹ ਵੀ ਚਲੇ ਜਾਂਦੇ ਸੀ। ਸੋ ਔਰ ਬਚਪਨ ਦੀ ਪੜ੍ਹਾਈ ਦੇ ਵਿੱਚ ਵੀ ਉਹਨਾਂ ਦੇਖੋ ਸਕੂਲ ਤੋਂ ਬਾਹਰ ਬੈਠ ਕੇ ਪੜ੍ਹਿਆ ਔਰ ਬਾਹਰ ਵੀ ਆਪਣੇ ਘਰੋਂ ਟਾਟ ਲੈ ਕੇ ਜਾਂਦੇ ਸੀ। ਫਿਰ ਪਾਣੀ ਪੀਣ ਤੱਕ ਵੀ ਮਤਲਬ ਉਹਨਾਂ ਨੂੰ ਮਨਾਈ ਸੀ, ਜੇ ਸਕੂਲ ਦਾ ਪੀਐਨ ਜਿਹੀ ਪਾਣੀ ਵੀ ਉਹਨਾਂ ਨੂੰ ਉਹ ਪਿਲਾਉਂਦਾ ਸੀ। ਜਿਸ ਦਿਨ ਸਕੂਲ ਦਾ ਪੀਐਨ ਨਹੀਂ ਸੀ ਆਉਂਦਾ ਉਹ ਪਾਣੀ ਤੋਂ ਪਿਆਸੇ ਰਹਿੰਦੇ ਸੀ। ਜੇ ਕਿਤੇ ਆਪਣੇ ਆਪ ਪਾਣੀ ਪੀਂਦੇ ਸੀਗੇ ਤੇ ਫਿਰ ਉਹਨਾਂ ਨੂੰ ਜਿਹੜੀ ਆ ਉੱਥੇ ਕੁੱਟ ਪੈਂਦੀ ਸੀਗੀ। ਸੋ ਮੈਂ ਸਮਝਦਾ ਕਿ ਦੇਖੋ ਲਗਭਗ 100 ਸਾਲ ਪਹਿਲਾਂ ਦੀ ਗੱਲ ਆ ਵੀ ਉਦੋਂ ਵੀ ਘੜੇ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ, ਤੇ ਅੱਜ 100 ਸਾਲ ਬਾਅਦ ਵੀ 21ਵੀਂ ਸਦੀ ਦੇ ਵਿੱਚ ਵੀ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਰਾਜਸਥਾਨ ਦੇ ਵਿੱਚ ਇੱਕ ਬੱਚੇ ਦੀ ਕੁੱਟ-ਕੁੱਟ ਕੇ ਮੌਤ ਹੋ ਜਾਂਦੀ ਹੈ ਘੜੇ ਨੂੰ ਛੂਹਣ ਦੇ ਲਈ। ਉਹੀ ਜਿਹੜੇ ਹਾਲਾਤ ਅੱਜ ਵੀ ਆ, ਸਿਰਫ ਨਾਂ ਬਦਲੇ ਆ ਤੇ ਜਿਹੜੀ ਆ ਛੂਹ-ਛਾਤ ਆ ਉਸੇ ਤਰ੍ਹਾਂ ਹੀ ਆ, ਸਿਰਫ ਇਦਾਂ ਵੀ ਡਾਇਰੈਕਟ ਨਹੀਂ ਗੀ, ਇਨਡਾਇਰੈਕਟ ਆ, ਮਤਲਬ ਜਿਹੜੀ ਆ ਇਨਡਾਇਰੈਕਟ ਹੁੰਦੀ, ਸ਼ੋਅ ਨਹੀਂ ਉਹ ਹੁੰਦੀ। ਸੋ 100 ਸਾਲ ਪਹਿਲਾਂ ਹਾਲਾਤ ਸੀ ਉਹੀ ਅੱਜ ਵੀ ਬਹੁਤ ਸਾਰੀਆਂ ਸਟੇਟਾਂ 'ਚ ਹਾਲਾਤ ਹੈਗੇ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਤੰਗੀਆਂ ਦੇ ਵਿੱਚੋਂ ਗੁਜ਼ਰਦੇ ਹੋਏ ਉਹਨਾਂ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਵੀ ਪੂਰੀ ਕੀਤੀ ਆ, ਫਿਰ ਉਹਨਾਂ ਨੇ ਹਾਈ ਸਕੂਲ ਦੀ ਵੀ ਕੀਤੀ, ਕਾਲਜ ਦੀ ਵੀ ਕੀਤੀ ਆ। ਔਰ 1916 ਦੇ ਵਿੱਚ ਦੇਖੋ ਉਹ ਬਾਹਰ ਆ ਜਾਂਦੇ ਪੜ੍ਹਨ। 16 ਤੋਂ 20 ਦੇ ਵਿੱਚ ਮਤਲਬ ਫਿਰ ਪਹਿਲੇ ਜਿਹੜੇ ਭਾਰਤ ਦੇ ਆ ਜਿਹੜੇ ਆ ਵਿਅਕਤੀ ਆ ਜਿਨ੍ਹਾਂ ਨੇ PhD ਕੀਤੀ ਇਕਨੋਮਿਕਸ ਦੇ ਉੱਤੇ, ਫਿਰ ਨਾਲ ਦੀ ਨਾਲ ਜਾ ਕੇ ਫਿਰ ਉਹ ਭਾਰਤ ਦੇ ਲਈ ਕੰਮ ਵੀ ਕਰਦੇ ਆਪਣੇ ਸਮਾਜ ਦੇ ਲਈ। ਔਰ 1920 ਦੇ ਵਿੱਚ ਉਹਨਾਂ ਨੇ ਅੰਦੋਲਨ ਕੀਤਾ ਔਰ 1920 ਦੇ ਵਿੱਚ ਇੱਕ ਮੂਕ ਨਾਇਕ ਅਖਬਾਰ ਵੀ ਉਹਨਾਂ ਨੇ ਕੱਢਿਆ ਜਿਹੜਾ ਗੂੰਗਿਆਂ ਦਾ ਅਖਬਾਰ ਦੇ ਨਾਂ ਦੇ ਉੱਤੇ ਆਪਾਂ ਜਿਹਨੂੰ ਯਾਦ ਕਰਦੇ ਹਾਂ। ਔਰ ਉਹ ਅਖਬਾਰ ਆਪ ਹੀ ਲਿਖਦੇ ਸੀ ਤੇ ਆਪ ਹੀ ਪੜ੍ਹ ਕੇ ਸਮਾਜ ਨੂੰ ਸੁਣਾਉਂਦੇ ਸੀ। ਫਿਰ 1924 ਦੇ ਵਿੱਚ ਉਹਨਾਂ ਨੇ ਜਿਹੜਾ ਨਾਸਕ ਮੰਦਰ ਦਾ ਮੋਰਚਾ, ਫਿਰ 1927 ਦੇ ਵਿੱਚ ਉਹਨਾਂ ਨੇ ਜਿਹੜਾ ਆਪਣੇ ਮਹਾੜ ਤਲਾਬ ਦਾ ਮੋਰਚਾ, ਫਿਰ 1928 ਦੇ ਵਿੱਚ ਸਾਈਮਨ ਕਮਿਸ਼ਨ ਜਿਹੜਾ ਆਇਆ ਸੀਗਾ ਇਹ ਭਾਰਤ ਦੇ ਵਿੱਚ ਜਾਤੀਆਂ ਦੀ ਦੇਖਣ ਵਾਸਤੇ, ਉਹਦੇ ਸਾਹਮਣੇ ਵੀ ਅਗਵਾਈ ਦਿੱਤੀ। ਔਰ ਵਾਇਸਰਾਏ ਕਮੇਟੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਪੱਖ ਰੱਖਿਆ। ਸੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਾਬਾ ਸਾਹਿਬ ਦਾ ਹਰ ਇੱਕ ਪਲ, ਦਿਨ ਤੇ ਹਫ਼ਤਾ, ਮਹੀਨਾ ਜਿਹੜਾ ਸਮਾਜ ਦੀ ਜਾਗਰਤੀ ਲਈ ਗੁਜ਼ਰਦਾ ਰਿਹਾ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਨਹੀਂ ਦੇਖਿਆ, ਨਾ ਆਪਣੀ ਸਿਹਤ ਦੇਖੀ ਹੈ, ਉਹਨਾਂ ਨੇ ਸਮਾਜ ਦਾ ਦੁੱਖ ਮਹਿਸੂਸ ਕਰਕੇ ਸਮਾਜ ਦੇ ਦੁੱਖਾਂ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਜਿਹੜਾ ਸੰਘਰਸ਼ ਕੀਤਾ। ਔਰ ਉਹਦੇ ਵਿੱਚ ਔਰ ਇੱਕ ਮੈਂ ਸਮਝਦਾ ਕਿ ਇੰਨਾ ਮਹਾਨ ਆਦਮੀ ਜਿਹਨੇ 40 ਸਾਲ ਦੀ ਉਮਰ ਦੇ ਵਿੱਚ
ਔਰ 40 ਸਾਲ ਦੀ ਉਮਰ 'ਚ ਇੱਕ ਤਬਦੀਲੀ ਲਿਆਂਦੀ, ਇੱਕ ਪਰਿਵਰਤਨ ਲਿਆਂਦਾ। ਉਸ ਪਰਿਵਰਤਨ ਦਾ ਜਿਹੜਾ ਸਾਨੂੰ ਇਹ ਫਲ ਵੀ ਮਿਲ ਗਿਆ, ਇੱਕ ਵਿਅਕਤੀ ਦੀ ਇੱਕ ਦੀ ਲਾਈਫ ਦੇ ਵਿੱਚ ਕੀਤੇ ਹੋਏ ਕੰਮਾਂ ਦਾ ਜਿਹੜਾ ਸਾਨੂੰ ਫਲ ਵੀ ਮਿਲਿਆ। ਔਰ 1948 ਦੇ ਵਿੱਚ ਜਿਹੜੇ ਜਦੋਂ ਸਾਨੂੰ ਦੇਖੋ 19 30 31 32 ਦੀ ਗੋਲਮੇਜ ਕਾਨਫਰੰਸ ਦੇ ਅਧਿਕਾਰ ਮਿਲੇ, ਔਰ 1935 ਤੋਂ ਸਾਨੂੰ ਮਿਲਦੇ ਆ ਰਹੇ ਸੀਗੇ। ਉਦੋਂ ਬਾਅਦ ਫਿਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋ ਗਿਆ। ਉਹ ਸਾਰੇ ਜਿਹੜੇ ਹੱਕ ਅਧਿਕਾਰ ਇੱਕ ਸਦੀ ਦੇ ਵਿੱਚ ਹੀ ਇੱਕ ਵਿਅਕਤੀ ਦੀ ਲਾਈਫ 'ਚ ਮਿਲੇ, ਔਰ ਉਹਨਾਂ ਦਾ ਫਲ ਵੀ ਮਿਲਣ ਲੱਗ ਪਿਆ। ਔਰ ਲੱਖਾਂ ਕਰੋੜਾਂ ਦੀ ਗਿਣਤੀ 'ਚ ਲੋਕ ਪੜ੍ਹ ਲਿਖ ਕੇ ਜਿਹੜੇ ਨੌਕਰੀ ਪੇਸ਼ੇ ਤੇ ਲੱਗ ਗਏ, ਜਿਨ੍ਹਾਂ ਨੇ ਆਪਣਾ ਇਹ ਤੇ ਆਪਣੇ ਪਰਿਵਾਰ ਦਾ ਜਿਹੜਾ ਸੁਧਾਰ ਵੀ ਕੀਤਾ। ਸੋ ਇਹ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਭ ਤੋਂ ਜਿਹੜੀ ਉਹਨਾਂ ਦੀ ਇੱਕ ਖਾਸ ਗੱਲ ਹੈ, ਕੋਟੇਸ਼ਨ ਜਾਂ ਪ੍ਰਧਾਨ ਜੀ ਵੀ ਉਹਨੇ ਕਿਹਾ ਸੀ, ਪੜ੍ਹੋ, ਜੁੜੋ ਤੇ ਸੰਘਰਸ਼ ਕਰੋ। ਮਤਲਬ ਐਜੂਕੇਸ਼ਨ ਐਜੀਟੇਟ ਫਿਰ ਆਰਗੇਨਾਈਜ਼ ਫਿਰ ਐਜੀਟੇਟ, ਮਤਲਬ ਪੜ੍ਹੋ ਫਿਰ ਜੁੜੋ ਫਿਰ ਸੰਘਰਸ਼ ਕਰੋ। ਹੁਣ ਪ੍ਰੋਬਲਮ ਕਿੱਥੇ ਆ ਰਹੀ ਕਿ ਅਸੀਂ ਜਿਹੜਾ ਪੜ੍ਹਦੇ ਹੈ ਨਹੀਂਗੇ, ਨਾ ਜੁੜਦੇ ਆ, ਸੰਘਰਸ਼ ਕਰਨਾ ਸ਼ੁਰੂ ਕਰ ਦਿੰਦੇ, ਮਤਲਬ ਦੂਸਰੇ ਪਾਸੇ ਸੰਘਰਸ਼ ਸ਼ੁਰੂ ਕਰ ਦਿੰਦੇ ਆ। ਤੇ ਉਹ ਫਿਰ ਜਿਹੜਾ ਸੰਘਰਸ਼ ਹੁੰਦਾ ਬਿਨਾਂ ਪੜ੍ਹਿਆ ਤੇ ਬਿਨਾਂ ਜੁੜਿਆ, ਉਹਦੇ 'ਚ ਸਾਨੂੰ ਜਿਹੜੀ ਸਫਲਤਾ ਨਹੀਂ ਮਿਲਦੀ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਤਿੰਨਾਂ ਗੱਲਾਂ ਦੇ ਵਿੱਚ ਜਿਹੜਾ ਨਾ ਇੱਕੋ ਹੀ ਤਿੰਨਾਂ ਗੱਲਾਂ ਨੂੰ ਇੱਕ ਲਾਈਨ 'ਚ ਪਰੋ ਦਿੱਤਾ ਵੀ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ। ਪਹਿਲਾਂ ਪੜ੍ਹੋ, ਫਿਰ ਜੁੜੋ, ਫਿਰ ਸੰਘਰਸ਼ ਕਰੋ। ਸੋ ਬਾਕੀ ਦੇਖਦੇ ਹਾਂ ਵੀ ਵੈਸੇ ਇਸ ਟਾਈਮ ਹੁਣ ਬਾਬਾ ਸਾਹਿਬ ਦੇ ਜਿਹੜੇ ਜੀਵਨ ਤੇ ਸਮਾਜ ਕਾਫੀ ਜਾਗਰਤ ਹੋ ਰਿਹਾ, ਔਰ ਉਸ ਸਮੇਂ ਦੇ ਵਿੱਚ ਜੇ ਸਮਾਜ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ, ਜਿੱਦਾਂ OBC ਸਮਾਜ ਕਹਿ ਸਕਦੇ, ਉਹ ਅੱਜ ਜਿਹੜਾ ਬਾਬਾ ਸਾਹਿਬ ਨੂੰ ਪੜ੍ਹ ਕੇ ਜੁੜ ਰਿਹਾ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਹੌਲੀ ਹੌਲੀ ਵਿਚਾਰਧਾਰਾ ਜ਼ਰੂਰ ਲਾਗੂ ਹੋ ਰਹੀ ਆ, ਤੇ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਕਿ ਜ਼ਰੂਰ ਬਾਬਾ ਸਾਹਿਬ ਨੂੰ ਜਿੱਥੇ ਅਸੀਂ ਮੰਨਦੇ ਹਾਂ ਉੱਥੇ ਉਹਨਾਂ ਦੀ ਵੀ ਮੰਨਣੀ ਸ਼ੁਰੂ ਕਰ ਦਾਂਗੇ, ਤੇ ਸਮਾਜ ਦਾ ਜਿਹੜਾ ਸੁਧਾਰ ਹੋ ਜਾਏਗਾ। ਬਹੁਤ ਹੀ ਵਧੀਆ ਜੱਫੂ ਸਾਹਿਬ, ਬਹੁਤ ਅੱਛੀ ਤਰ੍ਹਾਂ ਤੁਸੀਂ ਦੱਸਿਆ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ, ਜਿਸ ਤਰ੍ਹਾਂ ਜੱਫੂ ਸਾਹਿਬ ਕਿਹਾ ਜਾਂਦਾ ਹੈ ਕਿ ਵਿਅਕਤੀ ਚਲੇ ਜਾਂਦਾ ਹੈ, ਵਿਅਕਤੀ ਦੇ ਵਿਚਾਰ ਚਲੇ ਜਾਂਦੇ ਹਨ, ਜਾਂ ਵਿਚਾਰ ਕਦੋਂ ਵਿਅਕਤੀ ਦੇ ਵਿਚਾਰ ਹੁਣ, ਜਿਸ ਤਰ੍ਹਾਂ ਸਾਡੇ ਵਿਸ਼ਵ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਬਹੁਤ ਹੀ ਸਾਡੇ ਦੇ ਕੋਲੋਂ ਸਰੀਰਕ ਤੌਰ ਤੇ ਚਲੇ ਗਏ, ਜਿਸ ਤਰ੍ਹਾਂ ਮੈਂ ਦੱਸਿਆ, ਪਰ ਉਹਨਾਂ ਦੇ ਵਿਚਾਰ, ਅਗਰ ਉਹਨਾਂ ਦੀ ਵਿਚਾਰਧਾਰਾ ਤੇ ਕੰਮ ਨਾ ਕੀਤਾ ਜਾਵੇ ਤਾਂ ਇੱਕ ਤਰ੍ਹਾਂ ਦੀ ਉਹਨਾਂ ਦੇ ਵਿਚਾਰ ਵੀ ਚਲੇ ਜਾਂਦੇ। ਪਰ ਦੁੱਖ ਦੀ ਗੱਲ ਹੈ ਕਿ ਜਿਸ ਸਮਾਜ ਦੇ ਲਈ ਬਾਬਾ ਸਾਹਿਬ ਨੇ, ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਨੂੰ ਤਾਂ ਹਰ ਕੋਈ ਮੰਨ ਰਿਹਾ ਹੈ ਜੀ, ਪੂਰੇ ਵਿਸ਼ਵ ਦੇ ਵਿੱਚ। ਅਸੀਂ ਆਪਣੀ ਧਰਤੀ ਤੋਂ ਉੱਠ ਕੇ ਇੱਥੇ ਵਿਦੇਸ਼ਾਂ ਦੇ ਵਿੱਚ ਵੀ ਆ ਗਏ ਹਾਂ, ਇਹ ਬਾਬਾ ਸਾਹਿਬ ਦੇ ਕਰਕੇ ਹੀ ਹੈ। ਪਰ ਬਾਬਾ ਸਾਹਿਬ ਦੇ ਦਿੱਤੇ ਅਧਿਕਾਰਾਂ ਨੂੰ ਤਾਂ ਅਸੀਂ ਮੰਨ ਲਿਆ ਹੈ ਸਾਰਿਆਂ ਨੇ, ਪਰ ਕੀ ਅਸੀਂ ਉਹਨਾਂ ਦੇ ਅਧਿਕਾਰਾਂ ਨੂੰ ਮਾਣਦੇ ਹੋਏ ਆਪਣੇ ਕਰਤੱਵਾਂ ਨੂੰ ਕਦੀ ਦੇਖਿਆ ਹੈ? ਕਦੀ ਇਕੱਲੇ ਬੈਠ ਕੇ ਵਿਅਕਤੀ ਨੂੰ ਸੋਚਣਾ ਚਾਹੀਦਾ ਕਿ ਅਗਰ ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਦੀ ਬਦੌਲਤ ਅੱਜ ਮੈਂ ਇੱਥੇ ਹਾਂ, ਜਿਸ ਤਰ੍ਹਾਂ ਸਾਡਾ ਪੜ੍ਹਿਆ ਲਿਖਿਆ ਸਮਾਜ, IAS ਆਫੀਸਰ, ਮਿਨਿਸਟਰਸ, ਜੱਜ, ਡਾਕਟਰ, ਸਾਰੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਆਪਣੇ ਸਮਾਜ ਦੇ ਵਿੱਚੋਂ ਪੜ੍ਹਾਈ ਲਿਖਾਈ ਕਰਕੇ ਇਸ ਰੁਤਬੇ ਤੱਕ, ਅਸੀਂ ਬੜੇ ਮਾਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਕਿ ਮੇਰੇ ਪਰਿਵਾਰ ਦੇ ਵਿੱਚ, ਮੇਰੇ ਰਿਸ਼ਤੇਦਾਰ ਦੇ ਵਿੱਚ ਕੋਈ ਜੱਜ ਬਣ ਗਿਆ ਹੈ, ਕੋਈ ਆਹ ਬਣ ਗਿਆ ਹੈ ਜੀ। ਤੇ ਕਦੇ ਉਹਨਾਂ ਪਰਿਵਾਰਾਂ ਦੇ ਵਿੱਚ ਕਦੀ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਬਾਬਾ ਸਾਹਿਬ ਦੇ ਅਧਿਕਾਰਾਂ ਦੀ ਵਰਤੋਂ ਤਾਂ ਕੀਤੀ ਹੈ, ਕਿ ਅਸੀਂ ਕੋਈ ਕਰਤੱਵ ਵੀ ਕੀਤੇ ਹਨ? ਕਰਤੱਵਾਂ ਨੂੰ ਕਿਸ ਤਰ੍ਹਾਂ ਕਰਤੱਵ ਵਿਅਕਤੀ ਜਿਹੜੇ ਆਮ ਆਪਾਂ ਸਮਾਜ ਹੈ, ਜਿਹੜਾ ਆਪਣਾ ਸਮਾਜ ਸਾਰੀ ਦੁਨੀਆ ਦੇ ਵਿੱਚ ਟਾਈਆਂ ਕੋਟ ਪਾ ਕੇ ਗੱਡੀਆਂ ਦੇ ਵਿੱਚ, ਵੱਡੇ ਵੱਡੇ ਘਰਾਂ ਦੇ ਵਿੱਚ, ਬਿਜ਼ਨਸਾਂ ਦੇ ਵਿੱਚ, ਜੋ ਕਿ ਬਾਬਾ ਸਾਹਿਬ ਦੀ ਦੇਣ ਹੈ ਜੀ, ਉਹਨਾਂ ਨੇ ਆਪਣੇ ਸਮਾਜ ਦੇ ਲਈ ਪੈਦਾ ਕੀਤੀ। ਕਿੱਦਾਂ ਬਾਬਾ ਸਾਹਿਬ ਦੀ ਦੇਣ ਨੂੰ ਆਪਾਂ ਕਿਸ ਤਰ੍ਹਾਂ ਦੇ ਕਰਤੱਵ ਕਰਨੇ ਚਾਹੀਦੇ, ਸਮਾਜ ਨੂੰ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ, ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ? ਜੀ ਦੇਖੋ, ਬਹੁਤ ਵਧੀਆ ਤੁਸੀਂ ਜਿਹੜਾ ਸਵਾਲ ਕੀਤਾ ਆ, ਤੇ ਕਾਫੀ ਹੱਦ ਤੱਕ ਤੁਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਥੋੜਾ ਜਿਹਾ ਮੈਂ ਇਹਦੇ 'ਚ ਹੋਰ ਵਾਧਾ ਕਰ ਦਿੰਦਾ, ਜਾਂ ਆਪਾਂ ਮੈਨੂੰ ਥੋੜ੍ਹਾ ਦਰੁਸਤ ਕਰਦਾ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਵਿਚਾਰ ਦੀ ਗੱਲ ਕੀਤੀ ਆ। ਸੋ ਅਮਰੀਕਾ ਦਾ ਇੱਕ ਫਿਲਾਸਫਰ ਹੋਇਆ ਆ, ਤੇ ਜਿਹਨੇ ਇਹ ਗੱਲ ਕਹੀ ਸੀ ਵੀ ਜਦੋਂ ਵਿਅਕਤੀ ਮਰ ਜਾਂਦਾ ਤੇ ਉਹਦੇ ਜਿਹੜੇ ਵਿਚਾਰ ਵੀ ਮਰ ਜਾਂਦੇ ਆ। ਇਹ ਅਮਰੀਕਾ ਦਾ ਇੱਕ ਫਿਲਾਸਫਰ ਹੋਇਆ। ਸੋ ਇਸ ਫਿਲਾਸਫਰ ਦੀ ਜਿਹੜੀ ਕੋਟੇਸ਼ਨ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬਦਲ ਦਿੱਤਾ, ਬਦਲ ਕੇ ਕਿਹਾ ਕਿ ਜੇ ਵਿਅਕਤੀ ਦੇ ਮਰਨ ਤੋਂ ਬਾਅਦ ਉਹਦਾ ਵਿਚਾਰ ਨਹੀਂ ਮਰਦਾ, ਵਿਚਾਰ ਉਦੋਂ ਮਰਦਾ ਜਦੋਂ ਇਹਨਾਂ ਵਿਚਾਰਾਂ ਨੂੰ ਵਾਰ-ਵਾਰ ਵਿਚਾਰਿਆ ਨਹੀਂ ਜਾਂਦਾ। ਬਿਲਕੁਲ। ਤੇ ਜਦੋਂ ਵਾਰ-ਵਾਰ ਵਿਚਾਰਾਂ ਨੂੰ ਵਿਚਾਰਿਆ ਜਾਂਦਾ, ਵਾਰ-ਵਾਰ ਵਿਚਾਰਾਂ ਨੂੰ ਰਿੜਕਿਆ ਜਾਂਦਾ ਆ, ਤੇ ਫਿਰ ਯਾਦ ਕੀਤਾ ਜਾਂਦਾ, ਉਹ ਵਿਅਕਤੀ ਨਹੀਂ ਮਰਦਾ। ਸੇਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਅਸੀਂ ਬਾਰ-ਬਾਰ ਯਾਦ ਕਰਦੇ ਹਾਂ, ਬਾਰ-ਬਾਰ ਵਿਚਾਰਦੇ ਹਾਂ, ਬਾਰ-ਬਾਰ ਉਹਨਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹਾਂ। ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਉਂਦੇ ਆ। ਬੇਸ਼ੱਕ ਉਹ ਸਰੀਰਕ ਤੌਰ ਦੇ ਉੱਤੇ ਤੋਂ ਚਲੇ ਗਏ, ਪਰ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਆ,
ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਵਿਰਾਜਮਾਨ ਆ। ਸੋ ਇਹ ਹੀ ਇੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਦੇਖੋ ਜੀਂਦੇ ਜੀ ਮਤਲਬ ਉਹਨਾਂ ਨੇ ਇਸ ਕੋਟੇਸ਼ਨ ਨੂੰ ਇਸੇ ਕਰਕੇ ਬਦਲਤਾ ਵੀ ਜਦੋਂ ਤੁਸੀਂ ਵਿਚਾਰ ਨੂੰ ਵਿਚਾਰਦੇ ਹੀ ਨਹੀਂਗੇ, ਵਿਚਾਰਧਾਰਾ ਦਾ ਪ੍ਰਚਾਰ ਹੀ ਨਹੀਂ ਕਰਦੇ ਤੇ ਉਦੋਂ ਮਰਦੀ ਵਿਚਾਰਧਾਰਾ, ਤੇ ਵਿਅਕਤੀ ਦੇ ਮਰਨ ਤੋਂ ਬਾਅਦ ਉਹਦੀ ਵਿਚਾਰਧਾਰਾ ਨਹੀਂ। ਇਹ ਸੇਮ ਇਸੇ ਤਰ੍ਹਾਂ ਜਿੱਦਾਂ ਤਥਾਗਤ ਗੌਤਮ ਬੁੱਧ ਆ, ਉਹਨਾਂ ਦੇ ਜਿਹੜੇ ਬੇਸ਼ੱਕ ਉਹ ਸਰੀਰਕ ਤੌਰ ਤੇ ਚਲੇ ਗਏ, ਆਪਣੇ ਜਿੰਨੇ ਵੀ ਮਹਾਂਪੁਰਸ਼ ਚਲੇ ਗਏ, ਜਦੋਂ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਵਾਰ-ਵਾਰ ਵਿਚਾਰਦੇ ਹਾਂ ਤੇ ਉਹ ਜੀਵਤ ਹੁੰਦੇ ਆ। ਸੋ ਸੇਮ ਇਸੇ ਤਰ੍ਹਾਂ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਸਿੱਧ ਕਰਕੇ ਰੱਖਤਾ। ਸੋ ਦੂਸਰੀ ਗੱਲ ਤੁਸੀਂ ਨੇ ਕੀਤੀ ਆ ਵੀ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਆ ਇਹ ਅਸੀਂ ਜਿਹੜਾ ਉਹਨਾਂ ਦਾ ਕਰਜ਼ ਆ, ਮੈਂ ਸੋ ਪੰਜਾਬੀ ਦੇ ਵਿੱਚ ਸ਼ਾਰਟ ਸ਼ਬਦਾਂ 'ਚ ਜਾਂ ਸੌਖੀ ਭਾਸ਼ਾ 'ਚ ਜਿਸਦਾ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਕਰਜ਼ ਆ ਉਹ ਅਸੀਂ ਮਤਲਬ 7 ਜਨਮਾਂ 'ਚ, ਵੈਸੇ ਜਨਮਾਂ 'ਚ ਤਾਂ ਮੈਂ ਤਾਂ ਵਿਸ਼ਵਾਸ ਨਹੀਂ ਰੱਖਦਾ, ਫਿਰ ਵੀ ਉਹ ਨਹੀਂ ਚੁਕਾ ਸਕਦੇ, ਕਿਉਂਕਿ ਅਸੀਂ ਆਪਣੇ ਮਾਂ-ਬਾਪ ਦਾ ਜਿਹੜਾ ਕਰਜ਼ ਆ ਜਾਂ ਉਹ ਅਸੀਂ ਕੰਮ ਕਰਕੇ ਨੌਕਰੀ ਕਰਕੇ ਘਰ ਬਣਾ ਕੇ ਪੈਸੇ ਕਮਾ ਕੇ ਲਾ ਦਿੰਨੇ ਆ, ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਕਰਜ਼ ਆ ਅਸੀਂ ਉਹ ਨਹੀਂ ਉਤਾਰ ਸਕਦੇ। ਉਹ ਸਿਰਫ ਇੱਕੋ ਇੱਕ ਹੀ ਆ ਵੀ ਬਾਬਾ ਸਾਹਿਬ ਡਾਕਟਰ ਨੇ ਕਿਹਾ ਸੀ ਵੀ ਤੁਸੀਂ ਜਿਹੜਾ ਪੇ ਬੈਕ ਟੂ ਦੀ ਸੋਸਾਇਟੀ, ਬਿਲਕੁਲ ਮਤਲਬ ਤੁਸੀਂ ਪੇ ਬੈਕ ਟੂ ਦੀ ਸੋਸਾਇਟੀ ਜਿਹੜੀ ਆ ਆਪਣੀ ਕਮਾਈ ਦੇ ਵਿੱਚੋਂ 5% 10% ਉਸ ਸੋਸਾਇਟੀ ਤੇ ਉਸ ਸਮਾਜ ਤੇ ਲਾਓ। ਜਿਸ ਸਮਾਜ 'ਚ ਤੁਸੀਂ ਆਏ ਆ ਫਿਰ ਤੁਸੀਂ ਮੇਰਾ ਜਿਹੜਾ ਕਰਜ਼ ਉਤਾਰ ਸਕਦੇ। ਮੈਂ ਸਮਝਦਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜੇ ਅਸੀਂ ਥੋੜਾ ਬਹੁਤਾ ਰਿਣ ਕਰਜ਼ ਉਤਾਰ ਸਕਦੇ ਹਾਂ ਤੇ ਉਹ ਇੱਕ ਸਮਾਜ ਨੂੰ ਪੇ ਬੈਕ ਟੂ ਦੀ ਸੋਸਾਇਟੀ ਸਮਝਦੇ ਹੋਏ ਕੁਛ ਨਾ ਕੁਛ ਯੋਗਦਾਨ ਪਾਈਏ ਜਿਸ ਸਮਾਜ 'ਚੋਂ ਅਸੀਂ ਆਏ ਆ। ਸੋ ਇਸ ਗੱਲ ਨੂੰ ਵੀ ਫਿਰ ਆਪਾਂ ਜੇ ਹੋਰ ਥੋੜਾ ਜਿਹਾ ਅੱਗੇ ਜਾਈਏ ਤੇ ਸਭ ਕਾਂਸ਼ੀ ਰਾਮ ਨੇ ਪੇ ਬੈਕ ਟੂ ਸੋਸਾਇਟੀ ਦੀ ਇਹਨਾਂ ਦੀ ਗੱਲ ਨੂੰ ਫੜਿਆ ਤੇ ਲੋਕਾਂ ਦੇ ਵਿੱਚ ਪ੍ਰਚਾਰਿਆ ਵਿਚਾਰਿਆ ਔਰ ਉਹਦੇ ਤੋਂ ਲੋਕਾਂ ਨੂੰ ਜਾਗਰਤ ਕੀਤਾ ਤੇ ਲੋਕ ਫਿਰ ਪੇ ਬੈਕ ਟੂ ਦੀ ਸੋਸਾਇਟੀ ਲਈ ਕੰਮ ਕਰਨ ਲੱਗੇ। ਸੋ ਇਹਦੀ ਜਿਸ ਤਰ੍ਹਾਂ ਉਦਾਹਰਨ ਸੇਮ ਆਪਾਂ ਆਪਣੀ ਕਮੇਟੀ ਆ ਦੇਖ ਲਓ, ਪਿਛਲੇ ਲੰਬੇ ਸਮੇਂ ਤੋਂ 1969 ਦੀ 1969 ਦੀ ਹੋਂਦ ਵਿੱਚ ਆਈ ਆ। ਸੋ ਇਸ ਗੱਲ ਨੂੰ ਸਮਝ ਕੇ ਹੀ ਆਪਣਾ ਫਰਜ਼ ਸਮਝਦੀ ਹੋਈ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਕੁਛ ਨਾ ਕੁਛ ਪੇ ਬੈਕ ਟੂ ਸੋਸਾਇਟੀ ਕਰਦੀ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਇਸ ਕਮੇਟੀ ਨੇ ਭਾਰਤ ਵਿੱਚ ਪੰਜਾਬ ਵਿੱਚ ਸ਼ੁਰੂ ਕੀਤੇ ਆ ਔਰ ਉਹਦੇ ਲਈ ਐਜੂਕੇਸ਼ਨ ਦੇ ਹੋਏ ਆ, ਚਾਹੇ ਬੱਚਿਆਂ ਨੂੰ ਹੋਰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਜਾਂ ਸਮਾਜ ਸੁਧਾਰ ਦੇ ਜਿਹੜੀ ਕੰਮ ਕਰਦੀ ਆ ਤੇ ਉਹ ਇਸੇ ਤਰ੍ਹਾਂ ਹੀ ਆ। ਸੋ ਇਹੀ ਇੱਕ ਤਰੀਕਾ ਹੈਗਾ ਜਿੱਥੇ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਜਿਹੜੇ ਆਪਣੇ ਰਾਈਟਸ ਆ ਉਹਨਾਂ ਨੂੰ ਮੰਨਦੇ ਆ ਤੇ ਉੱਥੇ ਸਾਡੀਆਂ ਡਿਊਟੀਆਂ ਵੀ ਹੈਗੇ, ਸਾਡੇ ਕੁਝ ਕਰਤੱਵ ਵੀ ਆ ਤੇ ਜੇ ਅਸੀਂ ਕਰਤੱਵਾਂ ਨੂੰ ਨਹੀਂ ਨਿਭਾਵਾਂਗੇ ਤਾਂ ਫਿਰ ਜਿਹੜੀ ਅਸੀਂ ਡਿਊਟੀ ਆ ਉਹ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾਲ ਜਾਂ ਆਪਣੇ ਆਪਣਾ ਸਹੀ ਜਿਹੜਾ ਇਨਸਾਫ ਨਹੀਂ ਕਰ ਸਕਦੇ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਕਰਜ਼ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਸਮਾਜ ਨੂੰ ਆਜ਼ਾਦ ਕਰਨ ਲਈ ਪੇ ਬੈਕ ਟੂ ਸੋਸਾਇਟੀ ਦੇ ਰੂਪ ਵਿੱਚ ਹੀ ਉਤਾਰਿਆ ਜਾ ਸਕਦਾ। ਬਹੁਤ ਹੀ ਵਧੀਆ, ਬਹੁਤ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਬਿਆਨ ਕਰ ਦਿੱਤਾ ਜਿਸ ਚੀਜ਼ ਨੂੰ ਮੈਂ ਸੁਣਨਾ ਚਾਹੁੰਦੀ ਸੀ, ਕਿਉਂਕਿ ਬਾਬਾ ਸਾਹਿਬ ਕਹਿੰਦੇ ਸੀਗੇ ਕਿ ਸਮਾਜ ਦਾ ਦੁੱਖ ਸਮਝਣਾ ਪਹਿਲਾਂ, ਜਦੋਂ ਤਾਂ ਦੁੱਖ ਨੂੰ ਤਾਂ ਅਸੀਂ ਤਾਂ ਹੀ ਅਨੁਭਵ ਕਰ ਸਕਦੇ ਅਸੀਂ ਆਪਣੇ ਮਾਂ-ਬਾਪ ਦਾ ਤਾਂ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਰਜ਼ ਉਤਾਰ ਦਿੰਦੇ ਆ, ਰਿਣੀ ਹੁੰਦੇ ਆ ਉਹਨਾਂ ਦੇ ਕਿ ਸਾਨੂੰ ਜਨਮ ਦਿੱਤਾ ਇਸ ਦੁਨੀਆ ਦੇ ਵਿੱਚ ਲੈ ਕੇ ਆਏ ਤਾਂ ਸਾਡਾ ਫਰਜ਼। ਪਰ ਬਾਬਾ ਸਾਹਿਬ ਨੇ ਜੋ ਕੀਤਾ, ਬਾਬਾ ਸਾਹਿਬ ਦੇ ਅਸੀਂ ਕਰਜ਼ਾਈ ਹਾਂ, ਬਾਬਾ ਸਾਹਿਬ ਦਾ ਸੱਚਮੁੱਚ ਹੀ ਅਸੀਂ ਕਦੀ ਵੀ ਜਿਹੜਾ ਉਤਾਰ ਨਹੀਂ ਕਰ ਸਕਦੇ। ਤਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬਾਬਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਦੀ ਘਾਲਣਾ ਕਰਕੇ ਜਦੋਂ ਸਾਰੇ ਵਿਦੇਸ਼ਾਂ ਦੇ ਵਿੱਚੋਂ ਪੜ੍ਹਾਈ ਪ੍ਰਾਪਤ ਕਰਕੇ ਗਿਆਨ ਪ੍ਰਾਪਤ ਕਰਕੇ ਉਹਨਾਂ ਨੇ ਇੱਕ ਇਸ ਤਰ੍ਹਾਂ ਦੇ ਸੰਵਿਧਾਨ ਦੀ ਸਿਰਜਣਾ ਕੀਤੀ ਕਿ ਅੱਜ ਉਹਨਾਂ ਨੂੰ ਸੰਵਿਧਾਨ ਦੇ ਪਿਤਾ, ਸੰਵਿਧਾਨ ਦੇ ਨਿਰਮਾਤਾ ਦੇ ਤੌਰ ਤੇ ਸਾਰੀ ਦੁਨੀਆ ਭਰ ਵਿੱਚ ਜਾਣਿਆ ਜਾਂਦਾ। ਇੰਨਾ ਵੱਡਾ ਭਾਰਤ ਦੇਸ਼, ਇੰਨਾ ਵਿਸ਼ਵ ਦੇਸ਼ ਹੈ ਜਿਸ ਦਾ ਸੰਵਿਧਾਨ ਬਾਬਾ ਸਾਹਿਬ ਨੇ ਬਣਾਇਆ ਤੇ ਉਸ ਦੇ ਬਦੌਲਤ ਇੰਨਾ ਸੋਲਿਡ ਔਰ ਇੰਨਾ ਸਖਤ ਔਰ ਇੰਨਾ ਵੱਡਾ, ਦੁਨੀਆ ਭਰ ਦਾ ਸਭ ਤੋਂ ਵੱਡਾ ਸੰਵਿਧਾਨ ਇੰਡੀਆ ਦਾ ਹੈ, ਭਾਰਤ ਦਾ ਹੈ, ਜੋ ਕਿ ਬਾਬਾ ਸਾਹਿਬ ਦੁਆਰਾ ਕੰਪਲੀਟ ਕੀਤਾ ਗਿਆ। ਉਸ ਦੇ ਬਾਵਜੂਦ ਵੀ ਇਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੂੰਗੀ ਕਿ ਜਿਸ ਤਰ੍ਹਾਂ ਕਾਫੀ ਸਮਾਂ ਲੱਗਿਆ ਬਾਬਾ ਸਾਹਿਬ ਨੂੰ ਹਿੰਦੂ ਧਰਮ ਦੇ ਬਾਰੇ ਚ ਗੱਲ ਕਹਿੰਦੇ, 1935 ਦੇ ਵਿੱਚ ਲਗਭਗ ਉਹਨਾਂ ਨੇ ਕਿਹਾ ਕਿ ਮੈਂ ਹਿੰਦੂ ਜੰਮਿਆ ਜ਼ਰੂਰ ਹਾਂ, ਜਨਮ ਜ਼ਰੂਰ ਹੋਇਆ ਹੈ, ਪਰ ਮੈਂ ਹਿੰਦੂ ਮਰਾਂਗਾ ਨਹੀਂ ਜੀ। ਇਸ ਦੇ ਬਾਰੇ ਥੋੜੀ ਜਿਹੀ ਚਰਚਾ ਸਾਡੇ ਨਾਲ ਤੁਸੀਂ ਕੀ ਕਹੋਗੇ ਕਿ ਕਿਉਂ ਇੰਨਾ ਸਮਾਂ ਲੱਗਿਆ ਤੇ ਉਸ ਦੇ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਸੰਵਿਧਾਨ ਦੀ ਬਣਾਇਆ, ਸੰਵਿਧਾਨ ਤੋਂ ਬਾਅਦ ਆਪਣੇ ਅਖੀਰਲੇ ਸਮੇਂ ਤੱਕ ਪਹੁੰਚਦੇ ਪਹੁੰਚਦੇ ਉਹਨਾਂ ਨੇ ਬੁੱਧਾ ਐਂਡ ਧੰਮਾ ਜੀ, ਉਸ ਦੀ ਕੀ ਜ਼ਰੂਰਤ ਪਈ, ਕਿਉਂ ਉਹਨਾਂ ਨੂੰ ਆਪਣਾ ਇੱਕ ਸੋਲਿਡ ਜਿਹੜੀ ਇੱਕ ਜਿਸ ਦਿਨ 6 ਦਸੰਬਰ ਉਹਨਾਂ ਦਾ ਪਰਿਨਿਰਵਾਣ ਦਿਵਸ ਹੈ ਪਰ 5 ਦਸੰਬਰ ਨੂੰ ਉਹਨਾਂ ਨੇ ਬੁੱਧਾ ਐਂਡ ਧੰਮਾ ਕੰਪਲੀਟ ਕੀਤੀ। ਇਹਨਾਂ ਦੋ ਵਿਸ਼ਿਆਂ ਤੇ ਕੀ ਤੁਹਾਡੀ ਰਾਏ ਹੈ? ਜੀ ਬਿਲਕੁਲ ਜੀ, ਸਭ ਤੋਂ ਤਾਂ ਪਹਿਲਾਂ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਨ 1935 ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਹਿੰਦੂ ਪੈਦਾ ਜ਼ਰੂਰ ਹੋਇਆ, ਇਹ ਮੇਰੇ ਵਾਸਤੇ ਦੀ ਗੱਲ ਨਹੀਂ,
ਪਰ ਮੈਂ ਹਿੰਦੂ ਮਰਾਂਗਾ ਨਹੀਂ, ਇਹ ਮੇਰੇ ਵੱਸ ਦੀ ਗੱਲ ਆ ਵੀ ਇਹ ਮੇਰੇ ਵੱਸ ਦੀ ਗੱਲ ਹੈ ਵੀ ਮੈਂ ਹਿੰਦੂ ਮਰਾਂਗਾ ਨਹੀਂ। ਇਹ ਸ਼ਰਤ ਨੂੰ ਉਹਨਾਂ ਨੇ ਇਸ ਜਿਹੜੀ ਆ ਸੰਕਲਪ ਨੂੰ ਜਿਹੜਾ ਮਤਲਬ ਉਹ ਪੂਰਾ ਵੀ ਕੀਤਾ। ਸੋ ਦੂਸਰਾ ਆਪਾਂ ਗੱਲ ਕੀਤੀ ਹੈ ਕਿ ਇਹ ਜਿਹੜਾ ਉਹਨਾਂ ਨੂੰ ਕਿਉਂ ਤਿਆਗਣਾ ਪਿਆ। ਸਭ ਤੋਂ ਪਹਿਲਾਂ ਤੇ ਸਾਨੂੰ ਮਤਲਬ ਇਸ ਚੀਜ਼ ਨੂੰ ਜ਼ਰੂਰ ਜਾਣਨਾ ਚਾਹੀਦਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਇਹ ਗੱਲ ਕਹਿਣੀ ਕਿਉਂ ਪਈ ਵੀ ਕਿਉਂ ਉਹਨਾਂ ਨੇ ਕਿਹਾ ਕਿ ਮੈਂ ਹਿੰਦੂ ਪੈਦਾ ਜ਼ਰੂਰ ਹੋਇਆ ਔਰ ਹਿੰਦੂ ਮਰਾਂਗਾ ਨਹੀਂ, ਤੇ ਜਾਂ ਸਿਰਫ ਹਿੰਦੂ ਧਰਮ ਨੂੰ ਹੀ ਕਿਉਂ ਕਿਹਾ ਮੈਂ ਹਿੰਦੂ ਪੈਦਾ ਹੋਇਆ, ਕਿਸੇ ਹੋਰ ਧਰਮ ਨੂੰ ਕਿਉਂ ਨਹੀਂ ਮਤਲਬ ਮਾੜਾ ਕਿਹਾ। ਉਹ ਉਸ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਧਰਮ ਸੀਗੇ, ਜਿਵੇਂ ਈਸਾਈ ਧਰਮ ਸੀ, ਮੁਸਲਮਾਨ ਧਰਮ ਸੀ, ਜੈਨ ਧਰਮ ਹੋ ਗਏ ਤੇ ਫਿਰ ਬੁੱਧ ਧਰਮ ਵੀ, ਹੋਰ ਵੀ ਕਿਸੇ ਨੂੰ ਕਿ ਸਿਰਫ ਤੇ ਸਿਰਫ ਇੱਕ ਹਿੰਦੂ ਧਰਮ ਨੂੰ ਹੀ ਕਿਹਾ। ਸੋ ਮੈਂ ਸਮਝਦਾ ਕਿ ਇੱਕੋ ਇੱਕ ਇਹ ਧਰਮ ਹਿੰਦੂ ਧਰਮ ਹੈ। ਚਲੋ ਠੀਕ ਹੈ, ਲੋਕਾਂ ਦੀ ਆਸਥਾ ਹੈਗੀ ਆ, ਮੰਨਦੇ ਆ ਧਰਮ ਨੂੰ, ਹਰ ਵਿਅਕਤੀ ਨੂੰ ਇਹ ਆਜ਼ਾਦੀ ਆ ਜਿਹੜੇ ਮਰਜ਼ੀ ਧਰਮ ਨੂੰ ਅਡਾਪਟ ਕਰ ਸਕਦਾ, ਜਿਹੜੇ ਮਰਜ਼ੀ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ। ਇਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਆ ਔਰ ਇਹਦੀ ਬਦੌਲਤ ਹੀ ਜਿਹੜੇ ਲੋਕ ਆਪਣਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਔਰ ਆਪਣਾ ਧਰਮ ਲਿਖਦੇ ਆ, ਲਿਖਾਉਂਦੇ ਆ। ਸੋ 1935 ਦੇ ਵਿੱਚ ਜਦੋਂ ਬਾਬਾ ਸਾਹਿਬ ਡਾਕਟਰ ਨੇ ਦੇਖਿਆ ਕਿ ਬਚਪਨ ਤੋਂ ਲੈ ਕੇ ਅਖੀਰ ਤੱਕ ਜੇਕਰ ਕਿਸੇ ਕਮਿਊਨਿਟੀ ਨੇ, ਜੇ ਕਿਸੇ ਧਰਮ ਨੇ ਵਿਰੋਧ ਕੀਤਾ ਤੇ ਉਹ ਸਿਰਫ ਤੇ ਸਿਰਫ ਇੱਕੋ ਇੱਕ ਹਿੰਦੂ ਧਰਮ ਸੀ ਜਿਹਦੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਨ੍ਹਾਂ ਨੇ ਵਿਰੋਧ ਕੀਤਾ ਬਾਬਾ ਸਾਹਿਬ ਅੰਬੇਡਕਰ। ਸੋ ਵੀ ਇਸ ਕਰਕੇ ਕਿ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ 'ਚ ਗੱਲ ਲਿਖੀ ਹੋਈ ਆ। ਬਿਲਕੁਲ, ਉਹ ਧਾਰਮਿਕ ਗ੍ਰੰਥਾਂ 'ਚ ਗੱਲ ਲਿਖੀ ਹੋਈ ਆ, ਚਾਹੇ ਗੀਤਾ ਆ, ਚਾਹੇ ਰਾਮਾਇਣ ਆ, ਚਾਹੇ ਮਹਾਭਾਰਤ ਆ, ਵੀ ਇਹ ਤੁਸੀਂ ਆ ਸ਼ੂਦਰ ਪੜ੍ਹ ਨਹੀਂ ਸਕਦਾ, ਇਹ ਪਾਠ ਪੂਜਾ ਨਹੀਂ ਕਰ ਸਕਦਾ, ਇਹ ਨੌਕਰੀ ਪੇਸ਼ਾ ਨਹੀਂ ਕਰ ਸਕਦਾ, ਇਹ ਜ਼ਮੀਨ ਜਾਇਦਾਦ ਨਹੀਂ ਲੈ ਸਕਦਾ, ਵੋਟ ਦਾ ਅਧਿਕਾਰ ਵੋਟ ਪਾ ਨਹੀਂ ਸਕਦਾ। ਸੋ ਇਹ ਸਾਰੀਆਂ ਜਦੋਂ ਬਾਬਾ ਸਾਹਿਬ ਨੇ ਇਹਦੀ ਸਟੱਡੀ ਕੀਤੀ ਵੀ ਅਸਲ ਦੇ ਵਿੱਚ ਇਹਦੀ ਜੜ ਕਿੱਥੇ ਆ, ਕੋ ਜਦ ਤੱਕ ਆਪਾਂ ਬਿਮਾਰੀ ਨੂੰ ਲੱਭਦੇ ਨੇਗੇ ਤੇ ਤਦ ਤੱਕ ਉਹਦਾ ਹੱਲ ਨਹੀਂ ਹੋ ਸਕਦਾ। ਸੋ ਉਹਨਾਂ ਨੇ ਦੇਖਿਆ ਕਿ ਇਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਆ, ਜਦ ਤੱਕ ਇਹਨੂੰ ਸਾਡਾ ਸਮਾਜ ਜਾਂ ਮੈਂ ਛੱਡਦਾ ਨਹੀਂ ਤਦ ਤੱਕ ਜਿਹੜੀ ਸਮੱਸਿਆ ਦਾ ਹੱਲ ਨਹੀਂ ਹੋਣਾ। ਸੋ ਇਸ ਕਰਕੇ ਉਹਨਾਂ ਨੂੰ ਇੱਕ ਮਜਬੂਰਨ ਕਹਿਣਾ ਪਿਆ। ਔਰ ਇਸ ਤੋਂ ਪਹਿਲਾਂ ਪ੍ਰਧਾਨ ਜੀ ਇਹ ਵੀ ਸੀ ਵੀ ਉਹਨਾਂ ਨੇ ਇਹਨਾਂ ਨੂੰ ਮੌਕਾ ਵੀ ਦਿੱਤਾ, ਬੜਾ ਲੰਬਾ ਸਮਾਂ ਪਹਿਲਾਂ ਉਹਨਾਂ ਨੇ ਮੌਕਾ ਦਿੱਤਾ, ਜੇ ਤੁਸੀਂ ਸੁਧਾਰ ਕਰਦੇ ਆ ਆਪਣੇ ਆਪ ਦੇ ਵਿੱਚ ਤੇ ਫਿਰ ਜਿਹੜਾ ਆ ਮੈਂ ਮਤਲਬ ਆਪਣਾ ਵਿਚਾਰ ਬਦਲ ਸਕਦਾ। ਸੋ ਉਹਨਾਂ ਨੇ ਇਹਦੇ ਵਿੱਚ ਟਸ ਤੋਂ ਮਸ ਨਹੀਂ ਕੀਤਾ। ਸੋ ਇੱਥੇ ਨਾਲ ਇੱਕ ਮੈਂ ਹੋਰ ਵੀ ਗੱਲ ਕਲੀਅਰ ਕਰ ਦੇਵਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜੀ ਮਨੂ ਸਮਿਰਤੀ ਜਿਹੜੀ ਆ 25 ਦਸੰਬਰ 1925 ਨੂੰ ਸਾੜੀ ਸੀਗੀ। ਸੋ ਇਸੇ ਕਰਕੇ ਸਾੜੀ ਸੀ। ਇਸ ਮਨੂ ਸਮਿਰਤੀ ਸਾੜਨ ਤੋਂ ਬਾਅਦ ਜਿਹੜਾ ਤਿਲਕ, ਪਟੇਲ ਆ, ਹੋਰ ਬਹੁਤ ਸਾਰੇ ਵੱਡੇ ਵੱਡੇ, ਬਿਰਲਾ, ਟਾਟਾ, ਉਹ ਮਹਾਤਮਾ ਗਾਂਧੀ ਦੇ ਕੋਲ ਸ਼ਿਕਾਇਤ ਕਰਨ ਗਏ ਕਿ ਸਾਡਾ ਇੱਕ ਧਾਰਮਿਕ ਗ੍ਰੰਥ ਆ ਬਾਬਾ ਡਾਕਟਰ ਅੰਬੇਡਕਰ ਨੇ ਜਿਹੜੀ ਪਰਿਆ ਦੇ ਵਿੱਚ ਜਾਂ ਓਪਨ ਜਿਹੜਾ ਚੁਰਾਹੇ ਦੇ ਵਿੱਚ ਜਿਹੜਾ ਸਾੜ ਕੇ ਉਹਨੂੰ ਭਸਮ ਕਰ ਦਿੱਤਾ ਤੇ ਇਹਦਾ ਮਤਲਬ ਤੁਸੀਂ ਕੋਈ ਨਾ ਕੋਈ ਐਕਸ਼ਨ ਲਓ। ਸੋ ਮਹਾਤਮਾ ਗਾਂਧੀ ਨੂੰ ਪਤਾ ਸੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਬਹੁਤ ਵੱਡੇ ਵਿਦਵਾਨ ਆ, ਬਹੁਤ ਵੱਡੇ ਜਿਹੜੇ ਪੜ੍ਹੇ ਲਿਖੇ ਵਿਅਕਤੀ ਆ। ਸੋ ਉਹਨਾਂ ਨੇ ਜੋ ਕੁਝ ਕੀਤਾ ਸਹੀ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਇਹ ਚਕੰਨਿਆ ਕੀਤਾ ਕਿ ਅੱਜ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਮਨੁਸਮ੍ਰਿਤੀ ਸਾਡੀ ਆਉਣ ਵਾਲੇ ਸਮੇਂ 'ਚ ਰਾਮਾਇਣ ਤੇ ਮਹਾਭਾਰਤ ਵੀ ਸਾੜ ਸਕਦਾ ਆ। ਸੋ ਇਸ ਕਰਕੇ ਇਹਨੂੰ ਨਹੀਂ ਅਸੀਂ ਕੁਝ ਵੀ ਕਹਿ ਸਕਦੇ। ਸੋ ਉਹਨੇ ਜਿਹੜਾ ਕੰਮ ਕੀਤਾ ਠੀਕ ਆ। ਸੋ ਇਹੀ ਇੱਕ ਕਾਰਨ ਸੀ ਜਿਹੜਾ ਉਹਨਾਂ ਨੂੰ ਹਿੰਦੂ ਧਰਮ ਤਿਆਗਣਾ ਪਿਆ। ਔਰ ਤੇ ਜਦੋਂ ਫਿਰ ਆਪਾਂ ਗੱਲ ਕਰਦੇ ਹਾਂ ਕਿ 21 ਸਾਲ ਦਾ ਸਮਾਂ, ਜੇ ਤੁਸੀਂ ਇਹ ਗੱਲ ਕੀਤੀ ਕਿ ਇੰਨਾ ਸਮਾਂ ਕਿਉਂ ਲੱਗਾ ਜਾਂ ਇੰਨੀ ਇੰਤਜ਼ਾਰ ਕਿਉਂ ਕਰਨੀ ਪਈ। ਸੋ 1956 ਜਿਹੜਾ ਆਪਾਂ 14 ਅਕਤੂਬਰ 1956 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਬੁੱਧ ਦੀ ਸ਼ਰਨ ਜਾਂਦੇ ਆ ਜਾਂ ਬੁੱਧ ਧੰਮ ਜਾਂ ਆਪਾਂ ਕਹਿ ਸਕਦੇ ਹਾਂ ਵੀ ਘਰ ਵਾਪਸੀ ਕੀਤੀ ਆ। 21 ਸਾਲ ਦਾ ਸਮਾਂ ਪ੍ਰਧਾਨ ਜੀ ਇਸ ਕਰਕੇ ਲੱਗਾ ਕਿ ਉਹਨੇ ਆਪਣੇ ਆਪ ਜਾਂ ਕੱਲਿਆਂ ਨੇ ਧਰਮ ਨਹੀਂ ਸੀ ਅਡਾਪਟ ਕਰਨਾ, ਧਰਮ ਜਿਹੜਾ ਪਰਿਵਰਤਨ ਨਹੀਂ ਸੀ ਕਰਨਾ, ਉਹ ਆਪਣੇ ਸਮਾਜ ਨੂੰ ਜਾਗਰਤ ਕਰ ਰਹੇ ਸੀਗੇ। ਵੀ ਉਹ 21 ਸਾਲ ਲੱਗਾ ਵੀ ਮੈਂ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਤਿਆਰ ਕਰਕੇ ਮਾਨਸਿਕ ਤੌਰ ਤੇ, ਦਿਮਾਗੀ ਤੌਰ ਤੇ ਫਿਰ ਜਿਹੜਾ ਬੁੱਧ ਦੀ ਸ਼ਰਨ 'ਚ ਜਾਵਾਂ। ਸੋ ਉਹਨਾਂ ਨੇ 21 ਸਾਲ ਦਾ ਸਮਾਂ ਆਪਣੇ ਸਮਾਜ ਨੂੰ ਤਿਆਰ ਕਰਨ ਲਈ ਲਾਇਆ। ਸੋ ਉਸ ਤੋਂ ਪਹਿਲਾਂ ਜੇ ਦੇਖੀਏ ਤਾਂ ਮੈਂ ਤਾਂ ਸਮਝਦਾ ਕਿ ਬਾਬਾ ਸਾਹਿਬ ਨੇ ਜਦੋਂ ਮੈਟ੍ਰਿਕ ਪਾਸ ਕੀਤੀ ਆ, ਉਹਨਾਂ ਦੇ ਮਾਸਟਰ ਨੇ ਇੱਕ ਬੁੱਧ ਦੀ ਜਿਹੜੀ ਆ ਆਪਣੇ ਜੀਵਨੀ ਬਾਇਓਗ੍ਰਾਫੀ ਦਿੱਤੀ ਸੀ, ਇੱਕ ਕਿਤਾਬ ਪੜ੍ਹਨ ਵਾਸਤੇ। ਉਸੇ ਤੋਂ ਹੀ ਉਹਨਾਂ ਦੀ ਸੋਚ ਬਣ ਗਈ ਸੀਗੀ ਔਰ ਸ਼ੁਰੂ ਤੋਂ ਹੀ ਇੱਕ ਕਿਸਮ ਦੇ ਉਹ ਬੌਧਿਕੀ ਸੀਗੇ ਤੇ ਬੁੱਧ ਨੂੰ ਮੰਨਣ ਵਾਲੇ ਸੀਗੇ। ਸਿਰਫ ਇੱਕ ਕਾਨੂੰਨੀ ਤੌਰ ਤੇ ਜਾਂ ਸੰਵਿਧਾਨਿਕ ਤੌਰ ਤੇ ਇੱਕ ਅਮਲੀ ਜਾਮਾ ਜਿਹੜਾ ਪਹਿਨਾਇਆ ਉਹ 14 ਅਕਤੂਬਰ 1956 ਨੂੰ, ਤੇ ਉਸ ਤੋਂ ਪਹਿਲਾਂ ਹੀ ਇੱਕ ਕਿਸਮ ਦੇ ਉਹ ਬੁੱਧ ਸੀ। ਬੁੱਧ ਦੀਆਂ ਰੀਤੀ ਰਿਵਾਜਾਂ ਦੇ ਅਨੁਸਾਰ ਬੁੱਧ ਦੇ ਮੁਤਾਬਕ ਆਪਣਾ ਜਿਹੜਾ ਕਾਰੋਬਾਰ ਕੰਮਕਾਰ ਕਰਦੇ ਸੀਗੇ। ਸੋ ਬੌਧਿਕ ਤੌਰ ਦੇ ਉੱਤੇ ਬਹੁਤ ਸਮਾਂ ਪਹਿਲਾਂ ਹੀ ਇਹ ਬੋਧੀ ਸੀਗੇ ਤੇ ਜਿਹੜਾ 14 ਅਕਤੂਬਰ 1956 ਨੂੰ ਇੱਕ ਸੰਵਿਧਾਨਿਕ ਤੌਰ ਤੇ, ਕਾਨੂੰਨੀ ਤੌਰ ਤੇ ਇੱਕ ਜਿਹੜਾ ਉਹਨਾਂ ਨੇ ਜਾਮਾ ਪਹਿਨਾਇਆ, ਉਹ ਇੰਨਾ ਜ਼ਰੂਰ ਸਮਾਂ ਲੱਗਾ। ਸੋ ਅਸਲ ਦੇ ਵਿੱਚ ਉਸ ਸ਼ੁਰੂ ਤੋਂ ਹੀ ਮੈਂ ਤਾਂ ਸਮਝਦਾ ਕਿ ਉਹ
ਬੁੱਧ ਦੀ ਫਿਲਾਸਫੀ ਦੇ ਮੁਤਾਬਕ ਤੇ ਚੱਲਦੇ ਸੀ। ਜੱਖੂ ਜੀ। ਸਾਹਿਬ ਦੂਸਰਾ ਸਵਾਲ ਅਸੀਂ ਤੁਹਾਡੇ ਨਾਲ ਕੀਤਾ ਸੀ ਸੰਵਿਧਾਨ ਦੇ ਤੇ ਬੁੱਧਾ ਧੰਮ ਉਹਦੇ ਤੇ ਅਸੀਂ ਆਵਾਂਗੇ। ਸਾਡੇ ਬਹੁਤ ਸਾਰੇ ਦਰਸ਼ਕ ਜੁੜੇ ਹਨ, ਉਹਨਾਂ ਨੂੰ ਜ਼ਰੂਰ ਅਸੀਂ ਸ਼ਾਮਲ ਕਰਨਾ ਚਾਹਾਂਗੇ। ਪਹਿਲੇ तो जिस तरह साडे बहुत ही आदरणीय भैन जी उर्मिला कौल जी बहुत बहुत बाबा साहब नूं श्रद्धांजलियां दे रहे हैं, प्रोग्राम पसंद कर रहे हैं। आंटी नंजो रत्तू जी श्रद्धांजलियां दे रहे हैं। साडे बहुत ही आदरणीय साथी राम प्रकाश मम्मन जी, आंटी स्वरण कौर जी प्रोग्राम नूं बहुत बहुत पसंद कर रहे हैं, बाबा साहब नूं बहुत बहुत श्रद्धांजलियां दे रहे हैं। साडे साथी तरसेम कौल जी, गुरदेव कौर जी प्रोग्राम नूं पसंद कर रहे हैं, तो बाबा साहब नूं बहुत बहुत श्रद्धांजलियां दे रहे हैं। साडे आदरणीय साथी मूर्ति मल जी, भजनों मल जी, ये भी इंडिया तो वापस आए, इन्हां दा भी वैलकम करते हैं, तो प्रोग्राम देख रहे हैं, श्रद्धांजलियां दे रहे हैं। बहुत बहुत धन्नवादी हैं इन्हां दे भी। साडे साथी हंसराज मैमी, पालो मैमी जी प्रोग्राम देख रहे हैं, तो पसंद भी कर रहे हैं, तो श्रद्धांजलियां दे रहे हैं। साडे साथी दीवान महिंद्रा जी श्रद्धांजलियां दे रहे हैं, तो इन्हां दा गीत भी अज दर्शकां नाल साझा किया गया। धर्मपाल जोगिंदर बंगड़ जी साडे ये भी प्रोग्राम देख रहे हैं, तो बाबा साहब नूं श्रद्धांजलियां दे रहे हैं। साडे अमिताभ कौलधर जी, दर्शना कौलधर जी प्रोग्राम की शलाघा कर रहे हैं, तो श्रद्धांजलियां दे रहे हैं। साडे बहुत ही आदरणीय साथी सोहणा रत्तू जी, जिन्हां दी कलम बाबा साहब दे हर कारवे नूं, बाबा साहब दे एक एक कदम नूं उन्हां दी कलम द्वारा लिखिया गया, वो भी श्रद्धांजलियां दे रहे हैं। साडे साथी के एल चांद जी बैडफोर्ड तो प्रोग्राम देख रहे हैं, तो बाबा जी साहब नूं श्रद्धांजलियां दे रहे हैं। बहुत ही बहुत इन्हां दा भी धन्नवाद करते हैं। हंसराज मैमी जी साडे साथी श्रद्धांजलियां दे रहे हैं, तो कमलेश जस्सल जी, राकेश जस्सल जी श्रद्धांजलियां भी दे रहे हैं, प्रोग्राम भी पसंद कर रहे हैं। साडे आदरणीय साथी मुल्खराज बदन जी, शीश बदन जी प्रोग्राम देख रहे हैं, तो श्रद्धांजलियां दे रहे हैं। जगदीश राय दादरा जी, स्मित्री दादरा जी प्रोग्राम देख रहे हैं, श्रद्धांजलियां दे रहे हैं। शादी लाल सलन जी, सत्या सलन जी बहुत ही आदरणीय साथी हैं, बाबा साहब के पासक हैं, श्रद्धांजलियां दे रहे हैं, तो प्रोग्राम पसंद कर रहे हैं। साडे साथी हरमेश जस्सल जी, तो सत्या जस्सल जी भी शरदा के फुल अर्पित कर रहे हैं। जसवीर करड़े जी तो परिवार पूरा ही प्रोग्राम देख रहे हैं, श्रद्धांजलियां दे रहे हैं। निर्मला भाटिया जी प्रोग्राम पसंद कर रहे हैं, तो श्रद्धांजलियां दे रहे हैं। रमेश दादरा जी, मीना दादरा जी बर्मिंघम तो प्रोग्राम देख रहे हैं, तो शलाघा कर रहे हैं। सोन लाल कैंथ जी प्रोग्राम की शलाघा कर रहे हैं, तो बहुत बहुत श्रद्धांजलियां दे रहे हैं। तो जो अज असी बाबा साहब नूं श्रद्धांजलियां दे रहे हैं, असल दे विच उन्हां दी विचारधारा नूं अपने अपने नाल साझा कर रहे हैं, उन्हां दी विचारधारा नूं बार-बार दोहराउण दी कोशिश कर रहे हैं समाज दे सामने। तो जिस तरह जखू साहब असीं गल कर रहे हैं बाबा साहब नूं श्रद्धांजलियां देणियां, तो जिस तरह साडे बहुत ही आदरणीय साथी सोहण लाल रत्तू जी, उन्हां दी कलम तो बहुत कुछ लिखिया गया बाबा साहब दे लई। ते बाबा साहब की जो 5 दिसंबर की रात है, उन्होंने सोहण लाल रत्तू जी ने भी अपनी कलम तो लिखिया है कि नानक चंद रत्तू नूं बाबा साहब किस तरह अपना दिल हौला करते हैं नानक चंद रत्तू नाल। ते अज असीं अपने टैक्नीशियन साहिबान नूं रिक्वेस्ट करते हैं कि साडे बहुत ही आदरणीय साथी सीनियर साथी कमेटी के पिलर कहते हैं, उन्होंने सोहण लाल रत्तू जी नूं उन्हां दा लिखिया होया गीत जो कि नानक चंद रत्तू दे नाल बाबा साहब अपने दिल दीयां गल्लां कर रहे हैं, तो वो एक गीत जिहड़ा है साडे दर्शकां नाल साझा किया जावे। नानक चंद तू दस मैनू किवें दिल दा दर्द समो लवां। नानक चंद तू दस मैनू किवें दिल दा दर्द समो लवां। जिन्ना ली दिल्ली दूर कदे ओ साडी दिल्ली कहण लगे। लाटिका मथे केसर दा जा महफिल दे विच बहण लगे। सी जिन्ना ली दिल्ली दूर
ਆਉਂਦੇ ਉਹ ਸਾਡੀ ਦਿੱਲੀ ਕਹਿਣ ਲੱਗੇ ਲਾਟਕਾ ਮੱਥੇ ਕੇਸਰ ਦਾ ਜਾਂ ਮਹਿਫਲ ਦੇ ਵਿੱਚ ਪੈਣ ਲੱਗੇ। ਪਰ ਭੁੱਲ ਗਏ ਚੇਤਾ ਬਾਪੂ ਦਾ, ਭੁੱਲ ਗਏ ਚੇਤਾ ਬਾਪੂ ਦਾ, ਏ ਸੱਚ ਨੂੰ ਕਿਵੇਂ ਲਕੋ ਲਵਾਂ। ਐ ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਤੰਗੀਆਂ ਕੱਟ ਕੱਟ ਕੇ ਕਦੇ ਹਿੰਮਤ ਨਹੀਂ ਓ ਹਾਰੀ ਸੀ। ਤੂੰ ਹਲਵਾ ਪੂੜੀਆਂ ਖਾ ਕੇ ਵੀ ਕਿਉਂ ਭੁੱਲ ਗਿਆ ਤੇਰੀ ਵਾਰੀ ਸੀ। ਮੈਂ ਭੁੱਖਾ ਤੰਗੀਆਂ ਕੱਟ ਕੱਟ ਕੇ ਕਦੇ ਹਿੰਮਤ ਨਹੀਂ ਓ ਹਾਰੀ ਸੀ। ਤੂੰ ਹਲਵਾ ਪੂੜੀਆਂ ਖਾ ਕੇ ਵੀ ਕਿਉਂ ਭੁੱਲ ਗਿਆ ਤੇਰੀ ਵਾਰੀ ਸੀ। ਮੇਰੀ ਵਿੱਚ ਉਡੀਕਾਂ ਬੀਤ ਗਈ, ਵਿੱਚ ਉਡੀਕਾਂ ਬੀਤ ਗਈ, ਦੱਸ ਕਿੰਨਾ ਹੋਰ ਖਲੋ ਲਵਾਂ। ਐ ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਜੋ ਕੰਮ ਮੇਰਾ ਉਹ ਵਿੱਚ ਵਿਚਾਲੇ ਛੱਡ ਜਾਵਾਂ। ਬਸ ਇਹੋ ਆਸ਼ਾ ਕਰਦਾ ਆਂ ਮੈਂ ਸਾਲ ਥੋੜੇ ਹੋਰ ਕੱਢ ਜਾਵਾਂ। ਮੈਂ ਨਹੀਂ ਚਾਹੁੰਦਾ ਜੋ ਕੰਮ ਮੇਰਾ ਉਹ ਵਿੱਚ ਵਿਚਾਲੇ ਛੱਡ ਜਾਵਾਂ। ਬਸ ਇਹੋ ਆਸ਼ਾ ਕਰਦਾ ਆਂ ਮੈਂ ਸਾਲ ਥੋੜੇ ਹੋਰ ਕੱਢ ਜਾਵਾਂ। ਮੇਰੇ ਹਿੰਮਤ ਵਾਲੇ ਕਿੱਥੇ ਨੇ, ਹਿੰਮਤ ਵਾਲੇ ਕਿੱਥੇ ਨੇ, ਮੈਂ ਜਿਸ ਦੀ ਹਿੰਮਤ ਢੋ ਲਵਾਂ। ਐ ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਦੇਵੀਂ ਮੇਰੇ ਜਵਾਨਾਂ ਨੂੰ ਮੇਰੀਆਂ ਲਿਖਤਾਂ ਵਿੱਚ ਸੱਚਾਈ ਏ। ਤੇਰੇ ਛੂਆ ਛਾਤ ਦੇ ਰੋਗ ਲਈ ਬੁੱਧ ਦਮ ਹੀ ਇੱਕ ਦਵਾਈ ਏ। ਦੱਸ ਦੇਵੀਂ ਮੇਰੇ ਜਵਾਨਾਂ ਨੂੰ ਮੇਰੀਆਂ ਲਿਖਤਾਂ ਵਿੱਚ ਸੱਚਾਈ ਏ। ਤੇਰੇ ਛੂਆ ਛਾਤ ਦੇ ਰੋਗ ਲਈ ਬੁੱਧ ਦਮ ਹੀ ਇੱਕ ਦਵਾਈ ਏ। ਖੁਸ਼ਹਾਲ ਰਹੀ, ਪੀ ਕੇ ਖੁਸ਼ਹਾਲ ਰਹੀ, ਮੈਂ ਰੱਤੋਂ ਖੁਸ਼ੀ ਵਿੱਚ ਮੋ ਲਵਾਂ। ਐ ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਨਾਨਕ ਚੰਦ ਤੂੰ ਦੱਸ ਮੈਨੂੰ ਕਿਵੇਂ ਦਿਲ ਦਾ ਦਰਦ ਸਮੋ ਲਵਾਂ। ਦਿਲ ਦਾ ਦਰਦ ਸਮੋ ਲਵਾਂ, ਦਿਲ ਦਾ ਦਰਦ ਸਮੋ ਲਵਾਂ। ਓਕੇ, ਜਿਸ ਤਰ੍ਹਾਂ ਆਪਨੇ ਬਹੁਤ ਹੀ ਅੱਛਾ ਗੀਤ ਸੁਣਿਆ ਜੋ ਸੋਹਣ ਲਾਲ ਰੱਤੂ ਜੀ ਦੀ ਕਲਮ ਤੋਂ ਲਿਖਿਆ ਗਿਆ ਕਿ ਬਾਬਾ ਸਾਹਿਬ ਦਾ ਆਖਰੀ ਸਮੇਂ ਤੱਕ ਵੀ ਕਿਸ ਤਰ੍ਹਾਂ ਦਾ ਉਹਨਾਂ ਦੇ ਹਾਲਾਤ ਸਨ, ਆਪਣੇ ਸਮਾਜ ਲਈ ਕਰਲਾਉਂਦੇ ਸਨ, ਕਿਸ ਤਰ੍ਹਾਂ
ਰਤੂ ਜੀ ਨੂੰ ਕਹਿੰਦੇ ਆ ਕਿ ਕਿਸ ਦਾ ਮੁੰਡਾ ਉਹ ਫਰਨ, ਇੰਨਾ ਦੁੱਖ ਉਹਨਾਂ ਨੇ ਜ਼ਿੰਦਗੀ ਦੇ ਵਿੱਚ, ਇੰਨੀ ਕੁਰਬਾਨੀ ਕੀਤੀ। ਤੇ ਉਸ ਦੇ ਨਾਲ ਜਿਸ ਤਰ੍ਹਾਂ ਸਾਡੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦੇ ਜਨਰਲ ਸੈਕਟਰੀ ਮਲਿੰਦ ਕੌਲ ਜੀ ਤੇ ਵਿਜੈ ਕੌਲ ਜੀ ਤੇ ਉਹਨਾਂ ਦਾ ਛੋਟਾ ਬੇਟਾ ਨਿੱਕੂ ਉਹ ਵੀ ਪ੍ਰੋਗਰਾਮ ਦੇਖ ਰਹੇ ਹਨ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਤੋਂ ਅਗਲੇ ਹਫਤੇ ਜੋ ਕਿ ਲੋਟਸ ਟੀਵੀ ਦਾ ਪ੍ਰੋਗਰਾਮ ਹੋਵੇਗਾ, ਸਾਡੇ ਮਿਸਟਰ ਐਂਡ ਮਿਸਿਸ ਤਰਸੇਮ ਲਾਲ ਜਨਾਗਲ ਜੀ ਦੀ ਵੈਡਿੰਗ ਐਨੀਵਰਸਰੀ ਹੈ ਤੇ ਉਹਨਾਂ ਨੇ ਆਪਣੀ ਜੋ ਸੇਵਾ ਲਈ ਹੈ ਲੋਟਸ ਟੀਵੀ ਤੇ, ਅਗਲੇ ਹਫਤੇ ਉਹਨਾਂ ਦਾ ਪ੍ਰੋਗਰਾਮ ਲੋਟਸ ਟੀਵੀ ਤੇ ਦਿੱਤਾ ਜਾਏਗਾ ਤੇ ਉਹਨਾਂ ਦਾ ਵੀ ਲੋਟਸ ਟੀਵੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਅਗਲੇ ਐਤਵਾਰ ਨੂੰ 18 ਦਸੰਬਰ ਨੂੰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਐਗਜ਼ੈਕਟਿਵ ਬੋਡੀ ਦੀ ਮੀਟਿੰਗ ਹੈ, ਉਸ ਵਿੱਚ ਵੀ ਸਾਰੇ ਹੀ ਮੈਂਬਰਾਂ ਨੂੰ ਅਪੀਲ ਹੈ ਕਿ ਹਿੱਸਾ ਲੈਣਾ। ਤੇ ਉਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਜਖੂ ਸਾਹਿਬ ਗੱਲ ਕਰ ਰਹੇ ਸੀ ਕਿ ਬਾਬਾ ਸਾਹਿਬ ਨੇ ਸੰਵਿਧਾਨ ਤੋਂ ਬਾਅਦ ਜੀ ਸੰਵਿਧਾਨ ਇੰਨਾ ਵਿਸ਼ਾਲ ਸੰਵਿਧਾਨ ਹੈ ਜੋ ਕਿ ਭਾਰਤ ਦੇ ਲਈ, ਭਾਰਤ ਦੇ ਸ਼ਾਸਨ ਦੇ ਲਈ ਇੰਨਾ ਕੁ ਮਜ਼ਬੂਤ ਸੀ ਕਿ ਬਾਬਾ ਸਾਹਿਬ ਨੂੰ ਫਿਰ ਵੀ ਜਦੋਂ ਪਤਾ ਲੱਗਿਆ ਕਿ ਉਸ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਬੋਧੀ ਵੀ ਜਿਹੜੇ ਨਹੀਂ ਬਾਬਾ ਸਾਹਿਬ ਅਸਲ ਦੇ ਵਿੱਚ ਬੁੱਧਿਸਟ ਵੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ, ਉਹਨਾਂ ਨੇ ਵੀ ਉਹਨਾਂ ਨੂੰ ਧੋਖਾ ਦਿੱਤਾ ਤੇ ਉਹਨਾਂ ਨੇ ਬੁੱਧਾ ਐਂਡ ਧੰਮਾ ਕਿਉਂ ਉਹਨਾਂ ਨੂੰ ਲਿਖਣਾ ਪਿਆ, ਕਿਉਂ ਉਹਨੂੰ ਕੰਪਲੀਟ ਕੀਤਾ ਆਖਰੀ ਸਮੇਂ ਦੇ ਵਿੱਚ? ਜੀ ਦੇਖੋ, ਇਹ ਜਿਹੜੀ ਬੁੱਧਾ ਐਂਡ ਧੰਮਾ ਉਹਨਾਂ ਨੇ ਕਿਤਾਬ ਕਾਫੀ ਲੰਬਾ ਸਮਾਂ ਪਹਿਲਾਂ ਸ਼ੁਰੂ ਕੀਤੀ ਸੀ ਤੇ ਅਸੀਂ ਬੜੇ ਲੱਕੀ ਹਾਂ ਜਿਹੜੀ ਉਸ ਨਾਈਟ ਜਿਹੜੀ ਆ 5 ਦਸੰਬਰ ਨੂੰ ਕੰਪਲੀਟ ਹੋਈ ਬੁੱਧਾ ਐਂਡ ਧੰਮਾ। ਸੋ ਅਕਸਰ ਜਿਹੜੀ ਆਪਣੇ ਕੋਲ ਹਮੇਸ਼ਾ ਇੱਥੇ ਟੇਬਲ ਤੇ ਪਈ ਰਹਿੰਦੀ ਪੜ੍ਹਦੇ ਆ। ਸੋ ਉਹਦੇ ਨਾਲ ਜਿਹੜੀ ਉਹਨੇ ਬੁੱਧਾ ਐਂਡ ਧੰਮਾ ਦੇ ਨਾਲ ਜਿਹੜੀਆਂ 22 ਪ੍ਰਤਿਗਿਆ ਆ ਉਹ ਜ਼ਿਆਦਾ ਜ਼ਰੂਰੀ ਸੀ, ਉਹਨਾਂ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜ਼ਰੂਰ ਜਿਹੜਾ ਜ਼ੋਰ ਦਿੱਤਾ ਆ। ਸੋ ਹੁਣ ਸਮੇਂ ਦੀ ਘਾਟ ਕਰਕੇ ਆਪਾਂ ਫਿਰ ਕਿਤੇ 22 ਪ੍ਰਤਿਗਿਆ ਦਾ ਪ੍ਰੋਗਰਾਮ ਲੈ ਕੇ ਆਵਾਂਗੇ, ਉਹ ਬਹੁਤ ਲੰਬਾ ਸਮਾਂ ਚਾਹੀਦਾ ਉਹਨਾਂ ਦੀ ਵਿਆਖਿਆ ਕਰਨ ਦੇ ਲਈ। ਸੋ ਬੁੱਧਾ ਐਂਡ ਧੰਮਾ ਕਿਤਾਬ ਦੇ ਵਿੱਚ ਉਹਨੇ ਕੱਲੀ ਗੱਲ ਨੂੰ ਐਕਸਪਲੇਨ ਕਰ ਦਿੱਤਾ, ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੇ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਸੀਗੇ ਜਾਂ ਜਿਹਨਾਂ ਆਪਾਂ ਭੰਤੇ ਕਹਿੰਦੇ, ਭਿਕਸ਼ੂ ਕਹਿੰਦੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀ ਘੁਸਪੈਠ ਹੋ ਚੁੱਕੀ ਸੀ ਤੇ ਉਹ ਵੀ ਹਿੰਦੂ ਧਰਮ ਦੇ ਅਨੁਸਾਰ ਹੀ ਰੀਤੀ ਰਿਵਾਜ ਕਰਦੇ ਸੀ ਤੇ ਬਹੁਤ ਸਾਰੇ ਜਿਹੜੇ ਕਰਮ ਕਾਂਡ ਕਰਦੇ ਸੀਗੇ ਜਿਸ ਤਰ੍ਹਾਂ ਹਿੰਦੂ ਧਰਮ ਚ ਹੁੰਦੀ। ਸੋ ਬਾਬਾ ਸਾਹਿਬ ਅੰਬੇਡਕਰ ਨੇ ਇਹ ਮਹਿਸੂਸ ਕੀਤਾ ਕਿ ਜੇ ਤੁਸੀਂ ਬੁੱਧੀ ਸ਼ਰਨ ਚ ਆਉਣਾ, ਉਹਦੇ ਨਾਲ 22 ਪ੍ਰਤਿਗਿਆਵਾਂ ਜਿਹੜੀਆਂ ਉਹ ਉਹਨਾਂ ਦਾ ਪਾਲਣਾ ਕਰਨਾ ਬਹੁਤ ਜ਼ਰੂਰੀ ਆ। ਸੋ ਇਹ 22 ਪ੍ਰਤਿਗਿਆ 22 ਪੇਜਾਂ ਤੇ ਲਿਖੀਆਂ ਸੀ, ਇੱਕ ਪ੍ਰਤਿਗਿਆ ਇੱਕ ਪੇਜ ਤੇ ਲਿਖੀ ਸੀ। ਔਰ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਬੁੱਧ ਧਰਮ ਦੀ ਦੀਕਸ਼ਾ ਲਈ ਉਦੋਂ ਪੜ੍ਹ ਕੇ 22 ਦੀਆਂ 22 ਜਿਹੜੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਔਰ ਇੱਥੇ ਜ਼ੋਰ ਦਿੱਤਾ ਕਿ 22 ਪ੍ਰਤਿਗਿਆ ਨੂੰ ਤੁਸੀਂ ਜਿਹੜਾ ਮੰਨੂਗਾ ਉਹ ਅਸਲ ਦੇ ਵਿੱਚ ਇਹ ਬੁੱਧ ਨੂੰ ਮਤਲਬ ਸਮਝੂਗਾ, ਬੁੱਧ ਨੂੰ ਮੈਂ ਸਮਝੂਗਾ ਕਿ ਬਾਬਾ ਸਾਹਿਬ ਦਾ ਅਖੀਰਲਾ ਸੁਨੇਹਾ ਇਹ ਸੀ ਕਿ 22 ਪ੍ਰਤਿਗਿਆਵਾਂ ਦੇ ਉੱਪਰ ਸਾਨੂੰ ਆਪਣਾ ਜਿਹੜਾ ਫੋਕਸ ਕਰਨਾ, ਤਾਂ ਫਿਰ ਅਸੀਂ ਸਹੀ ਰਸਤੇ ਤੇ ਚੱਲ ਰਹੇ ਹਾਂ। ਤੇ ਬਹੁਤ ਬਹੁਤ ਧੰਨਵਾਦ ਜਖੂ ਸਾਹਿਬ, ਬਹੁਤ ਅੱਛੀ ਜਾਣਕਾਰੀ ਤੁਸੀਂ ਦਿੱਤੀ। ਸਮਾਂ ਬਹੁਤ ਘੱਟ ਹੈ ਤੇ ਅਗਲੀ ਵਾਰ ਜਿਸ ਤਰ੍ਹਾਂ ਅਸੀਂ ਕਿਹਾ ਕਿ 22 ਪ੍ਰਤਿਗਿਆਵਾਂ ਜੋ ਬਾਬਾ ਸਾਹਿਬ ਦੀ ਦੇਣ ਹੈ ਉਹਨਾਂ ਨੂੰ ਜ਼ਰੂਰ ਦਰਸ਼ਕਾਂ ਨਾਲ ਇੱਕ ਵਾਰੀ ਜ਼ਰੂਰ ਸਾਂਝਾ ਕਰਾਂਗੇ। ਤੇ ਸਾਡੇ ਬਹੁਤ ਹੀ ਆਦਰਨੀय ਸਾਥੀ ਹਰੀ ਚਾਵਲਾ ਜੀ ਲੰਡਨ ਤੋਂ, ਹਰੀਪਾਲ ਚਾਵਲਾ ਜੀ ਹਮੇਸ਼ਾ ਹੀ ਯਾਦ ਕਰਦੇ ਹਨ, ਬਹੁਤ ਅੱਛੇ ਸਾਥੀ ਹਨ, ਬਹੁਤ ਹਮੇਸ਼ਾ ਸਾਥ ਦਿੰਦੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਨ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਤੇ ਇਸ ਦੇ ਨਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਇਹੀ ਆਪ ਤੋਂ ਅਪੀਲ ਕਰਦੇ ਹਾਂ ਕਿ ਲੋਟਸ ਟੀਵੀ ਦਾ ਸਾਥ ਦਿਓ। ਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ ਤੇ ਅਗਲੀ ਵਾਰ ਫਿਰ ਇਸ ਤਰ੍ਹਾਂ ਦੇ ਇੱਕ ਪ੍ਰੋਗਰਾਮ ਨਾਲ ਆਪਣਾ